प्रकाश स्वरूप हारे वाहिगुरु नाम ब्रह्म जी। हारे हारे नाम गुरबाणी जी। घाटे किणके च भरपूर चीना। पछाण लए ਭਾਵ ਆਪਣੇ ਅੰਦਰ ਬਾਹਰ ਕੋਟ ਬ੍ਰਹਮੰਡ ਦੇ ਪਸਾਰੇ ਚ ਗੁਰ ਸ਼ਬਦ ਅਰਥ ਹੀ ਦੇਖਦੇ ਹਨ ਯਥਾ ਜਬ ਇਹੋ ਹੁਆ ਸਗਲ ਕੀ ਰੀਨਾ ਤਾ ਤੇ ਰਮੀਆਂ ਘਾਟੇ ਘਾਟੇ ਚੀਨਾ ਸਾਬੋ ਰਮਈਆ ਗੋਬਿੰਦੋ ਹੈ ਰਮਈਆ ਵਾਹਿਗੁਰੂ ਰਮਈਆ ਤਾ ਤੇ ਰਮਈਆ ਘਾਟੇ ਘਾਟੇ ਚੀਨਾ ਸਾਬੋ ਗੋਬਿੰਦੋ ਹੈ ਗੋਬਿੰਦ ਬੈਨੋ ਨਹੀਂ ਕੋਈ ਸਾਬੋ ਗੋਬਿੰਦੋ ਹੈ। ਇੱਥੇ ਮਹਾਰਾਜ ਫਰਮਾਉਂਦੇ ਆ ਵੀ ਸਗਲ ਕੀ ਰੀਨਾ ਹੋਣਾ, ਜਿਵੇਂ ਪਿਛਲੇ ਸ਼ਬਦ ਸੀਗਾ ਵੀ ਸਾਰਿਆਂ ਤੋਂ ਨੀਵਾਂ ਹੋਣਾ ਕਹੋ, ਜਾਂ ਸਾਰਿਆਂ ਦੀ ਰੀਨਾ ਵੀ ਚਰਨ ਧੂੜ ਹੋ ਜਾਣਾ, ਜਾਂ ਸਰਬ ਕੀ ਰੇਨ ਜਾ ਕਾ ਮਨ ਹੋਏ, ਸਭ ਦੇ ਰੇਨ ਹੋ ਜਾਣਾ। ਜਿਵੇਂ ਧਰਤੀ ਦੇ ਪੈਰਾਂ ਦੇ ਥੱਲੇ ਚਰਨ ਧੂੜ ਹੁੰਦੀ ਹੈ, ਉਹ ਕਿੰਨੀ ਨੀਵੀਂ ਹੁੰਦੀ ਹੈ, ਉਹ ਆਪਣੇ ਆਪ ਨੂੰ ਕੁਝ ਜਾਣਦੀ ਨਹੀਂ ਹੁੰਦੀ। ਇਉਂ ਭਾਵ ਸਭ ਤੋਂ ਨੀਵਾਂ ਹੋਣਾ ਵੀ ਹੰਕਾਰ ਤਿਆਗ ਦੇਣਾ। ਤੇ ਗੁਰਮਤ ਦੇ ਵਿੱਚ ਇਹ ਸਭ ਤੋਂ ਉੱਚੀ ਅਵਸਥਾ ਹੈ ਵੀ ਨੀਵੇਂ ਹੋ ਜਾਣਾ ਸਭ ਤੋਂ। ਤੇ ਪਹਿਲਾਂ ਆ ਹੀ ਗਿਆ ਵੀ ਜਿਹੜਾ ਨੀਵਾਂ ਹੁੰਦਾ ਉਹ ਮਹਾਰਾਜ ਦੀ ਦ੍ਰਿਸ਼ਟੀ ਸਭ ਤੋਂ ਉੱਚਾ ਹੁੰਦਾ। ਇਹਦਾ ਭਾਵ ਹੈ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਅਸੀਂ ਹੰਕਾਰ ਕਰਕੇ ਮਹਾਰਾਜ ਨਾਲ ਵਿਛੜੇ ਹਾਂ, ਤੇ ਜਿੱਦਣ ਸਾਡਾ ਹੰਕਾਰ ਦੂਰ ਹੁੰਦਾ ਉਦਣ ਆਪਾਂ ਗੁਰੂ ਸਾਹਿਬ ਦੇ ਨਾਲੋਂ ਮਿਲ ਜਾਂਦੇ ਹਾਂ। ਤਾਂ ਹੰਕਾਰ ਇੱਕ ਹੀ ਤਰੀਕੇ ਨਾਲ ਦੂਰ ਹੋ ਸਕਦਾ ਹੈ ਜਿੱਦਣ ਆਪਣੇ ਅੰਦਰ ਨਿਮਰਤਾ ਗਰੀਬੀ ਆ ਗਈ। ਜਿੰਨਾ ਮਨ ਗੁਰੂ ਸਾਹਿਬ ਦੇ ਨਾਲ ਪ੍ਰੇਮ ਵੱਧਦਾ ਹੈ ਓਨਾ ਮਨ ਨੀਵਾਂ ਹੋਈ ਜਾਂਦਾ ਹੈ। ਜਿਵੇਂ ਇੱਕ ਫਲਦਾਰ ਬ੍ਰਿਸ਼ ਹੁੰਦਾ, ਦਰਖਤ ਕੋਈ ਫਲਦਾਰ, ਉਹਨੂੰ ਜਿੰਨੇ ਫਲ ਲੱਗੀ ਜਾਂਦੇ ਆ ਓਨੇ ਝੁਕ ਜਾਂਦਾ ਨਾ ਉਹ, ਤੇ ਭਾਰ ਦੇ ਨਾਲ ਫਲਾਂ ਦੇ ਨਾਲ। ਤੇ ਇਸ ਕਰਕੇ ਇਸ ਤਰ੍ਹਾਂ ਦੇ ਗੁਰਮੁਖ ਨੇ ਜਿਹੜੇ ਜਿਨ੍ਹਾਂ ਦਾ ਪ੍ਰੇਮ ਮਹਾਰਾਜ ਵਧੀ ਜਾਂਦਾ ਹੈ ਤੇ ਨਾਮ ਬਾਣੀ ਅਭਿਆਸ ਵੀ ਵਧੀ ਜਾਂਦਾ ਹੈ, ਤਾਂ ਉਹ ਝੁਕਣ ਲੱਗ ਜਾਂਦੇ, ਨੀਵੇਂ ਹੋ ਜਾਂਦੇ ਆ। ਉਹ ਮਨ ਉਹਨਾਂ ਦਾ ਨੀਵਾਂ ਹੋ ਜਾਂਦਾ ਹੈ, ਹੰਕਾਰੀ ਨਹੀਂ ਰਹਿੰਦੇ। ਹੰਕਾਰ ਨੂੰ ਕੱਟਦੀ ਹੈ ਨਿਮਰਤਾ ਗਰੀਬੀ ਕੱਟਦੀ ਹੈ। ਤੇ ਇਹ ਧੱਕੇ ਨਾਲ ਵੀ ਨਹੀਂ ਆਉਂਦੀ, ਤੇ ਗੁਰਸਿੱਖਾਂ ਨਾਲ ਰਹਿ ਕੇ ਮਹਾਤਮਾ ਦੀ ਸੰਗਤ ਕਰਕੇ ਤੇ ਗੁਰਬਾਣੀ ਜਪ ਕੇ ਨਿਮਰਤਾ ਵਾਲੀ ਗਰੀਬੀ ਦੇ ਪਦਾਂ ਦਾ ਅਭਿਆਸ ਕਰਕੇ ਫਿਰ ਅੰਦਰੋਂ ਪੈਦਾ ਹੁੰਦੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਤੇ ਇਸ ਤਰੀਕੇ ਦੇ ਨਾਲ ਮਹਾਰਾਜ ਨੂੰ ਮਿਲਿਆ ਜਾ ਸਕਦਾ ਨਿਮਰਤਾ ਗਰੀਬੀ ਦੇ ਨਾਲ। ਤੇ ਉਹ ਗਰੀਬੀ ਪ੍ਰਾਪਤ ਹੁੰਦੀ ਹੈ ਗੁਰਸ਼ਬਦਾਂ ਚੋਂ ਹੀ ਪ੍ਰਾਪਤ ਹੁੰਦੀ ਹੈ, ਨਿਮਰਤਾ ਗਰੀਬੀ ਵਾਲੇ ਗੁਰਸ਼ਬਦਾਂ ਚੋਂ, ਜਿਹੜੇ ਹੰਕਾਰ ਦੂਰ ਕਰ ਸਕੇ। ਤਾਂ ਇੱਥੇ ਵੀ ਇਹੀ ਕਹਿ ਰਹੇ ਵੀ ਮਨ ਜਦੋਂ ਤੋਂ ਜਬ ਇਹੋ ਹੁਆ ਸਗਲ ਕੀਰੀਨਾ ਤਾਂ ਤੇ ਰਮਈਆ ਘਾਟੇ ਘਾਟੇ ਚੀਨਾ। ਇਸ ਵਾਸਤੇ ਮਹਾਰਾਜ ਹਰੇਕ ਥਾਂ ਤੇ ਵਿਆਪਕ ਜਾਣ ਲਏ ਜਦੋਂ ਤੋਂ ਮਨ ਸਾਰਿਆਂ ਦੀ ਚਰਨ ਧੂੜ ਹੋ ਗਿਆ। ਚਲੋ ਜੀ, ਜਿਵੇਂ ਬਾਣੀ ਤੋਂ ਕਹਿੰਦੀ ਹੈ ਦੁਰਮ ਸਪੂਰ ਜਿਉ ਨਿਵੈ, ਵੀ ਦੁਰਮ ਸਪੂਰ ਜਿਹਾ ਫਲਦਾਰ ਰੁੱਖ ਹੁੰਦਾ ਨਾ, ਉਹ ਦੁਰਮ ਰੁੱਖ ਨੂੰ ਕਹਿੰਦੇ ਉਹ ਨਿਭ ਜਾਂਦਾ ਹੈ ਜਦੋਂ ਉਹਨੂੰ ਫਲ ਲੱਗ ਜਾਂਦਾ। ਉਵੇਂ ਗੁਰਮੁਖ ਝੁਕ ਜਾਂਦੇ ਆ। ਚਲੋ ਜੀ ਅੱਗੇ ਕਰ ਲਓ ਪੂਰਾ। ਸਾਬੋ ਗੋਬਿੰਦੋ ਹੈ ਗੋਬਿੰਦ ਬੈਨੋ ਨਹੀਂ ਕੋਈ। ਸਾਬੋ ਗੋਬਿੰਦੋ ਹੈ ਗੋਬਿੰਦ ਬੈਨੋ ਨਹੀਂ ਕੋਈ। ਘਾਟੇ ਸਾਬੋ ਗੋਬਿੰਦੋ ਹੈ ਗੋਬਿੰਦ ਬੈਨੋ ਨਹੀਂ ਕੋਈ। ਘਾਟੇ ਮੈਂ ਹਾਰੇ ਜੂ ਬਸੈ ਸੰਤਨ ਕਹਿਓ ਪੁਕਾਰੇ। ਕਹੋ ਨਾਨਕ ਤਿਹ ਭਾਜੋ ਮਨਾ ਭਾਉ ਨਿਧ ਉਤ ਰਹੇ ਪਾਰੇ। ਸਭ ਮਹਿ ਜੋਤਿ ਹੈ ਸੋਏ ਤਿਸ ਦੈ ਚਾਨਣੇ ਸਭ ਮਹਿ ਚਾਨਣ ਹੋਏ। ਮਨ ਆਪਣੇ ਤੇ ਬੁਰਾ ਮਿਟਾਨਾ ਦੇਖੈ ਸਗਲ ਸ੍ਰੇਸਠ ਸਾਜਨਾ। ਪਿਆਰੇ ਗੁਰਸੇਵਕ ਜੀ ਨੇ ਗੁਰੂ ਹੁਕਮ ਮੰਨ ਕੇ ਆਪਣੇ ਮਨ ਤੇ ਤੋਂ ਬੁਰਾ ਵੈਰ ਵਿਕਾਰ ਔਗਣ ਮਹਾਪਾਪ ਪਰਾਇਆ ਬੁਰਾ ਚਿਤਵਣਾ ਮਿਟਾਨਾ ਮਿਟਾ ਦਿੱਤਾ ਹੈ। ਯਥਾ ਪਰ ਕਾ ਬੁਰਾ ਨ ਰਾਖੋ ਚੀਤ ਤੁਮ ਕਉ ਦੁਖੋ ਨਹੀਂ ਭਾਈ ਮੀਤ। ਵੀਰਾ ਆਪਨ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨ ਆਵੈ। ਸਗਲ ਸਾਰੀ ਸ੍ਰੇਸਠ ਕੋਟ ਬ੍ਰਹਮੰਡ ਦੀ ਰਚਨਾ ਚ ਸਾਜਨਾ ਪਿਆਰੇ ਅਜਪਾ ਜਾ ਪਿਆਰੇ ਵਾਹਿਗੁਰੂ ਜੀ ਨੂੰ ਹੀ ਪੇਖੈ ਦੇਖਦੇ ਹਨ। ਹੁਣ ਜਿਵੇਂ ਯਥਾ ਪਿੱਛੇ ਆਇਆ ਸੀਗਾ ਜਦੋਂ ਮਨ ਸਾਰਿਆਂ ਦੀ ਚਰਨ ਧੂੜ ਹੋ ਜਾਂਦਾ ਹੈ ਉਦੋਂ ਗੋਬਿੰਦ ਜੀ ਨੂੰ ਉਹ ਹਰ ਜਗ੍ਹਾ ਦੇਖਦਾ ਹੈ, ਹਰ ਗੁਰਮੁਖ ਦੇ ਵਿੱਚ ਦੇਖਦਾ ਹੈ ਨਿਮਰਤਾ ਦੇ ਨਾਲ। ਹੁਣ ਇੱਥੇ ਇੱਕ ਹੋਰ ਵੱਡਾ ਗੁਣ ਫਰਮਾ ਰਹੇ ਹੈ, ਬਰ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ। ਆਪਣੇ ਮਨ ਤੋਂ ਨਾ ਜਿਹੜਾ ਬੁਰਾ ਭਾਵ ਵੈਰ ਵਿਕਾਰ ਔਗਣ ਮਹਾਪਾਪ ਪਰਾਇਆ ਬੁਰਾ ਚਿਤਵਣਾ ਹੈ
ਇਹ ਚੀਜ਼ਾਂ ਨੂੰ ਮਿਟਾ ਦੇਣਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਜੀ ਦਾ ਹੁਕਮ ਮੰਨ ਕੇ। ਜਿਵੇਂ ਉੱਤੇ ਵੇਖੋ, ਪਿਆਰੇ ਗੁਰਸੇਵਕ ਜੀ ਨੇ ਗੁਰੂ ਹੁਕਮ ਮੰਨ ਕੇ ਆਪਣੇ ਮਨ ਤੋਂ ਵੈਰ ਵਿਕਾਰ ਔਗਣ ਮਹਾਪਾਪ ਪਰਾਇਆ ਬੁਰਾ ਚਿਤਵਣਾ ਮਿਟਾ ਦਿੱਤਾ। ਆਪੇ ਤਾਂ ਕੋਈ ਨਹੀਂ ਮਿਟਾ ਸਕਦਾ, ਗੁਰੂ ਹੁਕਮ ਮੰਨ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਟਾ ਸਕਦਾ ਹੈ, ਪਰ ਗੁਰੂ ਸਾਹਿਬ ਨੇ ਜੋ ਰਸਤਾ ਦੱਸਿਆ ਉਸ ਤੇ ਚੱਲ ਕੇ ਮਿਟਦਾ ਹੈ। ਤਾਂ ਇਸ ਕਰਕੇ ਜਦੋਂ ਆਪਾਂ ਮਾੜਾ ਨਹੀਂ ਚਿਤਵਦੇ ਕਿਸੇ ਦਾ, ਤਾਂ ਉਦੋਂ ਫਾਇਦਾ ਬਹੁਤ ਹੋ ਜਾਂਦਾ। ਉਹ ਕੀ ਹੁੰਦਾ ਵੀ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੋਖ ਨਹੀਂ ਭਾਈ ਮੀਤ। ਸਾਰੇ ਰੋਗਾਂ ਦੀ ਇੱਕੋ ਹੀ ਦਵਾ ਹੈ ਦੁੱਖਾਂ ਤੋਂ ਮੁਕਤ ਹੋਣ ਦੀ, ਵੀ ਦੂਜਿਆਂ ਦਾ ਮਾੜਾ ਚਿਤਵਣਾ ਬੰਦ ਕਰੀਏ। ਦੂਜਿਆਂ ਦਾ ਮਾੜਾ ਜਦੋਂ ਸੋਚਣਾ ਬੰਦ ਕਰ ਦਿੰਦੇ ਆ, ਮਨ 'ਚ ਜੇ ਫੁਰਨਾ ਵੀ ਆਵੇ ਤਾਂ ਇਹ ਤੁਕਾਂ ਦਾ ਅਭਿਆਸ ਕਰਨਾ। ਜਦੋਂ ਇਹ ਕਿਸੇ ਦੇ ਵਾਸਤੇ ਕੋਈ ਫੁਰਨਾ ਆਵੇ ਨਾ, ਜਿਵੇਂ ਸੁਭਾਵਕ ਹੀ ਹੈ ਆਪਣੇ ਮਨ ਦੇ ਵਿੱਚ ਆ ਜਾਣਾ ਵੀ ਮੇਰਾ ਵਾਧਾ ਹੋਇਆ ਤਾਂ ਉਹਦਾ ਨਾ ਹੋ ਜਾਵੇ, ਉਹ ਕਿਤੇ ਉਹ ਮੇਰੀ ਬਰਾਬਰੀ ਨਾ ਕਰ ਲਵੇ, ਉਹ ਮੇਰੇ ਤੋਂ ਅੱਗੇ ਨਾ ਨਿਕਲ ਜਾਵੇ। ਇਹ ਬੁਰਾ ਚਿਤਵਣਾ ਹੀ ਹੁੰਦਾ। ਤੇ ਇਹਨਾਂ ਨੂੰ ਕੱਟਦਾ ਕਿਵੇਂ, ਇਹ ਘਟਨਾ ਹੈ ਵੀ ਇਹਦਾ ਤੁਕਾਂ ਦਾ ਅਭਿਆਸ ਕਰਨਾ। ਨਾਲ ਦੀ ਨਾਲ ਜਦੋਂ ਫੁਰਨਾ ਆਇਆ ਉਦੋਂ ਇਹ ਤੁਕ ਯਾਦ ਕਰ ਲਓ, ਨਾਲ ਹੀ ਪੜ੍ਹਨੀ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਨਾਲ ਹੀ ਪੜ੍ਹਨਾ, ਮਨ ਅਪੁਨੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰੇਸ਼ਟ ਸਾਜਣਾ। ਜੇ ਆਪਣੇ ਮਨ ਤੋਂ ਬੁਰਾਈ ਮਿਟਾਉਣੀ ਹੈ ਤਾਂ ਫਿਰ ਮਹਾਰਾਜ ਹਰ ਜਗ੍ਹਾ ਵਿਆਪਕ ਦੇਖਦੇ ਹੈ, ਹਨਾ। ਤੇ ਜਾਂ ਫਿਰ ਪੇਖੈ ਸਗਲ ਸ੍ਰੇਸ਼ਟ ਸਾਜਣਾ, ਵੀ ਕੋਟ ਬ੍ਰਹਮੰਡ ਦੀ ਰਚਨਾ 'ਚ ਸਾਜਣਾ ਪਿਆਰੇ ਅਜੱਪਾ ਜਾਪ ਵਾਹਿਗੁਰੂ ਜੀ ਨੂੰ ਪੇਖਿਆ ਦੇਖਦੇ ਹਨ। ਤੇ ਦੇਖਣਾ ਵੀ ਹੈ ਵੀ ਮਹਾਰਾਜ ਦੀ ਰਚਨਾ ਬਣਾਈ, ਸਾਰੀ ਰਚਨਾ ਤੇ ਉਹ 'ਚ ਜਿੰਨੇ ਜੀਵ ਜੰਤ ਮਹਾਰਾਜ ਦੇ ਬਣਾਏ ਆ, ਸਾਰਿਆਂ ਤੇ ਤਰਸ ਕਰਨਾ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ। ਹਾਂਜੀ। ਧਨਾਸਰੀ ਮਹੱਲਾ ਪੰਜਵਾਂ। ਕਾਰੇ ਕਿਰਪਾ ਦੀਓ ਮੋਹਿ ਨਾਮਾ, ਬੰਧਨ ਤੇ ਛੁਟਕਾਏ। ਮਨ ਤੇ ਬਿਸਰਿਓ ਸਗਲੋ ਧੰਦਾ, ਗੁਰ ਕੀ ਚਰਣੀ ਲਾਏ। ਸਾਧ ਸੰਗੇ ਚਿੰਤ ਬਿਰਾਨੀ ਛਾਡੀ, ਅਹੰ ਬੋਧੇ ਮੋਹ ਮਨ ਬਾਸਨ। ਦੇ ਕਾਰੇ ਗੜਹਾ ਗਾਢੀ ਰਹਾਓ, ਨਾ ਕੋ ਮੇਰਾ ਦੁਸਮਨੁ ਰਹਿਆ। ਨਾ ਹਮ ਕਿਸ ਕੇ ਬੈਰ ਆਈ, ਬ੍ਰਹਮੋ ਪਸਾਰੋ ਪਸਰਿਓ ਭੀਤਰੇ। ਸਾਤੇ ਗੁਰ ਤੇ ਸੋਜੀ ਪਾਈ, ਸਭ ਕੋ ਮੀਤੁ ਹਮ ਆਪਨ ਕੀਨਾ। ਹਮ ਸਭਨਾ ਕੇ ਸਾਜਨ, ਦੂਰੇ ਪਰਿਓ ਮਨ ਕਾ ਬਿਰਹਾ। ਦੂਰ ਦੂਰੇ ਪਰਿਓ ਮਨ ਕਾ ਬਿਰਹਾ। ਦੇਖੋ ਧਿਆਨ ਨਾਲ ਕੀ ਲਿਖਿਆ, ਪਰਾਇਓ ਪਰਾਇਓ ਦੂਰੇ ਪਰਾਇਓ ਮਨ ਕਾ ਬਿਰਹਾ। ਤਾਂ ਮੇਲ ਕੀਓ ਮੇਰਾ ਰਾਜਨ। ਰਾਜਨ ਬਿਨਸਿਓ ਰਾਜਨ ਪੋਲਾ ਜੀ। ਰਾਜਨ ਬੋਲਿਆ ਬਿਨਸਿਓ ਢੀਠਾ। ਬਿਨਸਿਓ ਢੀਠਾ ਅੰਮ੍ਰਿਤੋ ਗੂਠਾ, ਸਬਦ ਲੱਗੋ ਗੁਰ ਮੀਠਾ। ਜਾਲੇ ਥਾਲੇ ਮਾਹੀ ਅਲੇ ਸਰਬ ਨਿਵਾਸੀ, ਨਾਨਕ ਰਮਈਆ ਡੀਠਾ। ਕਾਨੜਾ ਮਹੱਲਾ ਪੰਜਵਾਂ। ਬੇਸਰ ਗਈ ਸਭ ਤਾਤੇ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਰਹਾਓ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸਾਂਗੇ ਹਮ ਕਉ ਬਨ ਆਈ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਏਹ ਸੁਮਾਤੇ ਸਾਧੂ ਤੇ ਪਾਈ। ਸਭ ਮਹਿ ਰਾਵੇ ਰਹਿਆ ਪ੍ਰਭ ਏਕੈ, ਪੇਖੇ ਪੇਖੇ ਨਾਨਕ ਬਿਗਸਾਈ। ਦੇਖੋ ਜੀ, ਆਪਣੇ ਅੰਦਰ ਸਾਰਿਆਂ ਅੰਦਰ ਔਗਣ ਹੁੰਦੇ ਆ, ਕੋਈ ਬੰਦਾ ਨਹੀਂ ਜਿਹਦੇ ਅੰਦਰ ਔਗਣ ਨਹੀਂ ਹੁੰਦਾ। ਤੇ ਬ੍ਰਹਮ ਗਿਆਨੀ ਨੂੰ ਛੱਡ ਕੇ, ਇਸੇ ਲਈ ਮਹਾਂਪੁਰਖ ਹੁੰਦੇ, ਆਪਾਂ ਪੁਰਖ ਹੁੰਦੇ। ਤੇ ਫਰਕ ਬਸ ਇੰਨਾ ਹੀ ਹੈ ਵੀ ਗੁਰਮੁਖ ਜਿਹੜੇ ਨੇ ਨਾ, ਉਹ ਆਪਣੇ ਔਗਣ ਸਤਿਗੁਰੂ ਜੀ ਦੇ ਲੜ ਲੱਗ ਕੇ ਔਗਣਾਂ ਤੋਂ ਛੁੱਟਣਾ ਚਾਹੁੰਦੇ ਹੁੰਦੇ। ਹੁਣ ਆਪਾਂ ਜੇ ਔਗਣਾਂ ਤੋਂ ਛੁੱਟਣਾ ਚਾਹੁੰਦੇ ਹਾਂ, ਆਪਾਂ ਕੀ ਕਰਾਂਗੇ? ਇਹ ਬੜਾ ਵੱਡਾ ਔਗਣ ਹੈ ਆਪਣੇ ਅੰਦਰ, ਕਿਸੇ ਦੀ ਬੁਰਾਈ ਆਵੇ, ਕਿਸੇ ਵਾਸਤੇ ਮਾੜਾ ਖਿਆਲ ਮਾਤਰ ਹੀ ਉਪਜੇ ਨਾ, ਤਾਂ ਉਹਨੂੰ ਖਿਆਲ ਨੂੰ ਹੀ ਕੱਟਣਾ ਹੈ, ਉਹਨੂੰ ਵਧਣ ਨਹੀਂ ਦੇਣਾ। ਉਹ ਤੇ ਸੋਚਣ ਨਹੀਂ ਲੱਗ ਜਾਣਾ, ਉਹਨੂੰ ਖਿਆਲ ਨੂੰ ਹੀ ਕੱਟਣਾ। ਕਿਵੇਂ ਹੈ? ਨਾਲ ਹੀ ਗੁਰ ਸ਼ਬਦ ਚੇਤੇ ਕਰ ਲੈਣੇ ਹੈ, ਤੇ ਨਾਲ ਚੇਤੇ ਬਾਣੀ ਪੜ੍ਹਨੀ ਵੀ ਮਨਾ, ਵੀ ਤੂੰ ਕਿਉਂ ਚੇਤਦਾ ਹੈ, ਤੈਨੂੰ ਇਹ ਦੁੱਖ ਪ੍ਰਾਪਤ ਹੋਊਗਾ। ਉੱਤੇ ਜਿਵੇਂ ਤੁਕ ਆਈ ਹੈ, ਵੀਰਾ ਆਪਨ ਬੁਰਾ ਮਿਟਾਵੈ, ਤਾਹੂ ਬੁਰਾ ਨਿਕਟ ਨਹੀਂ ਆਵੈ। ਵੀਰਾ ਭਰਾ ਨੂੰ ਵੀ ਕਹਿੰਦੇ ਆ, ਤੇ ਵੀਰਾ ਬਹਾਦਰ ਨੂੰ ਵੀ ਕਹਿੰਦੇ ਆ, ਵੀ ਉਹ ਬਹਾਦਰ ਹੈ ਜਿਹੜਾ ਆਪਨ ਬੁਰਾ ਮਿਟਾਵੈ, ਤਾਹੂ ਬੁਰਾ ਨਿਕਟੇ ਨਹੀਂ ਆਵੈ। ਉਹਨੇ ਫਿਰ ਵਿਕਾਰ ਨੇੜੇ ਨਹੀਂ ਆਉਂਦੇ ਜਿਹੜੇ ਇਸ ਤਰ੍ਹਾਂ ਕਰਦੇ ਆ। ਤਾਂ ਇਹ ਹੁਣ ਕਰਨਾ ਕਿਵੇਂ ਹੈ? ਇਹ ਗੁਰ ਸ਼ਬਦ ਜਿਹਨੇ ਦਿੱਤੇ ਹੈ, ਧਨਾਸਰੀ ਮਹੱਲਾ ਪੰਜਵਾਂ। ਕਾਰੇ ਕਿਰਪਾ ਦਿਓ ਮੋਹਿ ਨਾਮਾ, ਬੰਧਨ ਤੇ ਛੁਟਕਾਏ।
ਤੇ ਥੱਲੇ ਕਾਨੜਾ ਮਹੱਲਾ ਪੰਜਵਾਂ, ਬਿਸਰੇ ਗਈ ਸਭ ਤਾ ਤੇ ਪਰਾਈ, ਤੇ ਉੱਤੇ ਵੀ ਜਿੰਨੇ ਸ਼ਬਦ ਦਿੱਤੇ ਆ। ਇਹ ਸ਼ਬਦਾਂ ਦਾ ਕਰੋ ਅਭਿਆਸ, ਅਰਥਾਂ ਸਹਿਤ ਪੜ੍ਹੋ, ਤੇ ਇਹ ਥੱਲੜੇ ਸ਼ਬਦਾਂ ਦਾ ਅਭਿਆਸ ਕਰੋ। ਇਹਦੀ ਰਿਕਾਰਡਿੰਗ ਵੀ ਆ ਗਈ ਹੈ ਹੁਣ ਤਾਂ, ਸਾਊਂਡ ਕਲਾਊਡ ਤੇ ਪਈ ਹੈ, ਸਿਰਫ ਇਸੇ ਸ਼ਬਦ ਦੀ। ਤੇ ਇੰਨਾ ਪੂਰਾ ਰਿਕਾਰਡ ਹੋਇਆ, ਪੇਖ ਨਾਨਕ ਬਿਗਸਾਈ ਤਾਈ, ਤੇ ਮਹਾਂਪੁਰਖਾਂ ਦੀ ਆਵਾਜ਼ 'ਚ ਹੈ। ਤੇ ਉਹਨੂੰ ਬਾਰ-ਬਾਰ ਲਾ ਕੇ ਸੁਣੀ ਜਾਓ, ਅਭਿਆਸ ਕਰੋ। ਤੇ ਇਸ ਤਰੀਕੇ ਨਾਲ ਨਾ ਮਹਾਰਾਜ ਕਿਰਪਾ ਨਾਲ ਆਪਣੀ ਆਦਤ ਛੁੱਟ ਜਾਵੇ। ਤਾਂ ਮਾੜੀਆਂ ਆਦਤਾਂ ਗੁਰਸ਼ਬਦ ਜਪ ਕੇ, ਇਹ ਸਾਰੇ ਸ਼ਬਦ ਇਸੇ ਲਈ ਇਕੱਠੇ ਕਰਕੇ ਲਿਖੇ ਹੈ ਕਿ ਆਪਣੀਆਂ ਮਾੜੀਆਂ ਆਦਤਾਂ ਛੁੱਟ ਜਾਣ। ਬਾਕੀ ਵੀ ਸਾਰੀਆਂ ਆਦਤਾਂ ਇਸ ਤਰ੍ਹਾਂ ਹੀ ਸਮਝ ਲੈਣੀਆਂ, ਜਿਵੇਂ ਇਹ ਤਾਂ ਇੱਕ ਔਗਣ ਹੈ, ਬਾਕੀ ਜਿੰਨੇ ਵੀ ਔਗਣ ਉਹਨਾਂ ਲਈ ਸਾਰਿਆਂ ਲਈ ਗੁਰਸ਼ਬਦ ਨੇ। ਤਾਂ ਉਸ ਗੁਰਸ਼ਬਦਾਂ ਦਾ ਅਭਿਆਸ ਕਰਨਾ, ਇਹਦੇ ਕਰਕੇ ਪਤਾ ਲੱਗਦਾ ਜਦੋਂ ਮਹਾਰਾਜ ਕਿਰਪਾ ਕਰਕੇ ਕਰਾਉਂਦੇ ਆ ਤਾਂ ਫਿਰ ਆਪਣੇ ਔਗਣ ਆਪੇ ਛੁੱਟ ਜਾਂਦੇ। ਜਦੋਂ ਹੀ ਫਿਰ ਔਗਣ ਆਪਣਾ ਚਿਤਵਦੇ ਆ ਤੇ ਉਹ ਜਿਹੜੇ ਸ਼ਬਦਾਂ ਦਾ ਅਭਿਆਸ ਕੀਤਾ ਉਹ ਮਹਾਰਾਜ ਬਾਣੀ ਮਨ 'ਚ ਸਿੱਟ ਦਿੰਦੇ ਆ, ਤੇ ਦਿਲ ਦਿਮਾਗ 'ਚ ਬਾਣੀ ਸਿੱਟੀ ਜਾਂਦੇ ਆ ਮਹਾਰਾਜ। ਤੇ ਫਿਰ ਉਹਦੇ ਨਾਲ ਕੀ ਹੁੰਦਾ ਵੀ ਔਗਣ ਤੋਂ ਬਚਿਆ ਜਾ ਸਕਦਾ, ਨਹੀਂ ਬਚਿਆ ਜਾ ਸਕਦਾ। ਤੇ ਜੇ ਫਿਰ ਵੀ ਔਗਣ ਹੋ ਰਿਹਾ ਤਾਂ ਇਹਦਾ ਮਤਲਬ ਹੋਰ ਅਭਿਆਸ ਦੀ ਲੋੜ ਹੈ। ਹੋਰ ਅਭਿਆਸ ਕਰੋ, ਹੋਰ ਅਭਿਆਸ ਕਰੋ, ਹੋਰ ਅਭਿਆਸ ਕਰੋ, ਤਾਂ ਫਿਰ ਗੁਰੂ ਸਾਹਿਬ ਕਿਰਪਾ ਕਰਕੇ ਛਡਾ ਦਿੰਦੇ ਆ ਔਗਣ। ਅੱਗੇ ਜੀ ਅਨਾਹਤ ਭੈਣ ਜੀ, ਆਪ ਜੀ ਪੜ੍ਹ ਲਓ। ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਜਿਸ ਪਿਆਰੇ ਗੁਰੂ ਜਨ ਭਗਤ ਜੀ ਨੂੰ ਸੁਖ ਦੁਖ ਸਮ ਇੱਕੋ ਜਿਹਾ ਦ੍ਰਿਸ਼ਟੇਤਾ ਦਿਸਦਾ ਹੈ। ਸੁਖ ਦੁਖ ਹਰ ਹਾਲਤ 'ਚ ਵਿਆਪਕ ਬ੍ਰਹਮ ਜੀ ਸਮ ਸਮਾਏ ਦ੍ਰਿਸ਼ਟੇਤਾ ਦਿਸਦੇ ਹਨ। ਯਥਾ ਗੁਰਮੁਖੇ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰੇ ਸੁਰ ਤੇ ਗਿਆਨੋ, ਸਦਾ ਸਦਾ ਹਰੇ ਗੁਣ ਰਵਹਿ, ਅੰਤਰੇ ਸਹਜ ਧਿਆਨੋ। ਓਏ ਸਦਾ ਆਨੰਦੇ ਵਿਵੇਕ ਰਹੈ, ਦੋਖੇ ਸੋਖੇ ਏਕ ਸਮਾਨੇ, ਤਿਨਾ ਨਦਰੀ ਇੱਕੋ ਆਇਆ, ਸਾਬੋ ਆਤਮ ਰਾਮੋ ਪਛਾਨੋ। ਗੁਰਮੁਖੇ ਅੰਤਰੇ ਸਹਜੋ ਹੈ, ਮਾਨੋ ਚੜਿਆ ਦਸਵੈ ਆਕਾਸੇ, ਤਿਥੈ ਊਂਗ ਨ ਭੁਖ ਹੈ, ਹਰੇ ਅੰਮ੍ਰਿਤ ਨਾਮੋ ਸੁਖ ਵਾਸੋ। ਨਾਨਕ ਦੋਖੋ ਸੁਖ ਵਿਆਪਤ ਨਹੀਂ, ਜਿਥੈ ਆਤਮ ਰਾਮ ਪ੍ਰਗਾਸੋ। ਜੋ ਨਾਰੋ ਦੁਖ ਮੈਂ ਦੋਖੋ ਨਹੀਂ ਮਾਨੈ, ਸੁਖ ਸਨੇਹੋ ਆਰੋ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਦੁਖ ਸੁਖ ਵਾਕੈ ਸਮਤ ਵਿਚਾਰਾ, ਨਰਕ ਸੁਰਗ ਰਹਤ ਅਵਤਾਰਾ। ਸੋਖੋ ਦੋਖੋ ਦੋਨੋ ਸਮ ਕਰੇ ਜਾਣੈ, ਔਰੋ ਮਾਨੋ ਅਪਮਾਨਾ। ਹਰਖ ਸੋਗ ਤੇ ਰਹੈ ਅਤੀਤਾ, ਤੇਨੇ ਜਾਗੇ ਤਤ ਪਛਾਨਾ, ਤਾਤੋ ਪਛਾਨਾ। ਸੋਖੋ ਦੋਖੋ ਜਿਹ ਪਰਸੈ ਨਹੀਂ, ਲੋਭੋ ਮੋਹ ਅਭਿਮਾਨੋ। ਕਹੋ ਨਾਨਕ ਸੋਨੋ ਰੇ ਮਨਾ, ਸੋ ਮੂਰਤਿ ਭਗਵਾਨ। ਅੱਛਾ, ਮੰਤਰਾਂ ਵਾਹਿਗੁਰੂ ਜੀ। ਇਹ ਇੱਕ ਹੋਰ ਉੱਚੀ ਅਵਸਥਾ ਹੈ ਗੁਰਮਤ ਦੇ ਵਿੱਚ। ਇੱਕ ਤਾਂ ਹੈ ਜਿਵੇਂ ਪਿੱਛੇ ਆਪਾਂ ਪੜ੍ਹ ਲਿਆ, ਦੇਖੋ 3-4 ਚੀਜ਼ਾਂ ਆ ਗਈਆਂ। ਇੱਕ ਤਾਂ ਮਨ ਨਿਮਰਤਾ 'ਚ ਹੋਣਾ, ਆਪਦੇ ਆਪ ਨੂੰ ਨੀਵਾਂ ਜਾਣਨਾ, ਤੇ ਨੀਵਾਂ ਜਾਣਨਾ ਤਾਂ ਹੰਕਾਰ ਗੁਰੂ ਸਾਹਿਬ ਕਿਰਪਾ ਨਾਲ ਛੁੱਟ ਜਾਂਦਾ ਹੈ। ਦੂਸਰਾ ਆਇਆ ਸੀ ਸਗਲ, ਉਹਨੂੰ ਹੀ ਕਹਿ ਸਕਦੇ ਹਾਂ ਆਪਾਂ, ਸਗਲ ਕੀ ਰੀਨਾ ਹੋਣਾ, ਸਾਰਿਆਂ ਦੀ ਚਰਨ ਧੂੜ ਹੋਣਾ। ਦੂਸਰਾ ਤੁਕ ਹੈ ਜਿਹੜਾ ਹੈ ਨਾ ਸਗਲ ਕੀ ਰੀਨਾ ਹੋਣਾ, ਉਹ ਹੀ ਸਮਝ ਲਓ ਇਹ ਹੈ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ। ਜਦੋਂ ਆਪਾਂ ਆਪਣੇ ਆਪ ਨੂੰ ਚਲੋ ਥੋੜਾ ਵੱਖਰਾ ਹੀ ਕਰਕੇ ਸਮਝ ਲਈਏ ਵੀ ਉਹ ਇੱਕ ਅਵਸਥਾ ਹੈ, ਜਿਹੜੀ ਦੂਸਰੀ ਅਵਸਥਾ ਹੈ ਬੁਰਾ ਕਿਸੇ ਦਾ ਨਾ ਚਿਤਵਣਾ, ਤੀਜੀ ਅਵਸਥਾ ਇਹ ਹੈ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ। ਤੇ ਜਿਹੜੀ ਪਹਿਲੀ ਅਵਸਥਾ ਹੈ ਜਦੋਂ ਮਨ ਸਾਰਿਆਂ ਦੀ ਚਰਨ ਧੂੜੀ ਹੋ ਗਿਆ, ਫਿਰ ਕੋਈ ਆਪਾਂ ਨੂੰ ਜੇ ਬੁਰਾ ਵੀ ਬੋਲੇ, ਕੋਈ ਕੌੜਾ ਬਚਨ ਬੋਲੇ ਵੀ, ਜਦੋਂ ਮਨ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਹੀ ਜਾਣਦਾ ਹੈ, ਆਪਦੇ 'ਚ ਹੀ ਔਗਣ ਦੇਖਦਾ ਹੈ, ਤਾਂ ਫਿਰ ਉਹਨੂੰ ਕਿਸੇ ਦਾ ਗੁੱਸਾ ਨਹੀਂ ਲੱਗਦਾ। ਤਾਂ ਇਹ ਕਰਕੇ ਉਹ ਬੜੀ ਉੱਚੀ ਅਵਸਥਾ ਹੈ। ਤੇ ਉਹਦੇ ਵਿੱਚ ਫਿਰ ਆਪਾਂ ਨੂੰ ਛੋਟੀ ਛੋਟੀ ਗੱਲ ਤੋਂ ਕੋਈ ਕੁਛ ਕਹਿ ਦੇਵੇ, ਥੋੜਾ ਜਿਹਾ ਕੋਈ ਬਚਨ ਕਰ ਦੇਵੇ, ਇਸ ਤਰ੍ਹਾਂ ਉਹਨੇ ਮੈਨੂੰ ਕਿਹਾ, ਕਿਉਂ ਕਿਹਾ ਜੀ, ਉਹਨੂੰ ਮੈਨੂੰ ਐ ਨਹੀਂ ਕਹਿਣਾ, ਮੈਂ ਤਾਂ ਹਰਟ ਹੋ ਗਿਆ, ਫਲਾਨਾ ਹੋ ਗਿਆ, ਤੇ ਫਿਰ ਆਪਣਾ ਸਾਰਾ ਦਿਨ ਮੂੰਹ ਸਿੱਟ ਕੇ ਆਪਾਂ ਤੁਰੇ ਫਿਰਦੇ ਹਾਂ। ਤੇ ਜੇ ਮਨ ਹੋਵੇ ਨੀਵਾਂ,
ਉਹ ਜਾਣੇ ਵੀ ਮੇਰੀ ਗਲਤੀ ਸੀ, ਇਸ ਕਰਕੇ ਹੀ ਮੈਂ ਹੋਇਆ, ਇਸ ਕਰਕੇ ਉਹਨੇ ਮੈਨੂੰ ਇਉਂ ਕਿਹਾ, ਤੇ ਜਾਂ ਗੁਰੂ ਸਾਹਿਬ ਦਾ ਭਾਣਾ ਜਾਣੇ। ਦੂਸਰਾ ਹੈ ਵੀ ਮਾੜਾ ਕਿਸੇ ਦਾ, ਉਹਦਾ ਸਾਹਮਣੇ ਵਾਲੇ ਦਾ ਮਾੜਾ ਕੀ ਕਰਨਾ ਹੈ, ਉਹ ਚਿੱਤ 'ਚ ਹੀ ਨਾ ਰੱਖੇ। ਇਹ ਦੂਜੀ ਅਵਸਥਾ ਹੋਊਗੀ ਵੀ ਉਹਨੇ ਕਿਸੇ ਨੇ ਕੁਝ ਕਹਿ ਵੀ ਦਿੱਤਾ, ਪਹਿਲੀ ਗੱਲ ਤਾਂ ਅਸਰ ਹੀ ਨਾ ਹੋਵੇ, ਕਿਉਂਕਿ ਮਨ ਨੀਵਾਂ ਹੀ ਜਾਣੇ। ਦੂਸਰਾ ਫਿਰ ਉਹਦਾ ਨਾ ਮਾੜਾ ਚਿਤਵਣ ਲੱਗ ਜਾਏ ਵੀ ਉਹਨੇ ਮੈਨੂੰ ਕਿਉਂ ਕਿਹਾ, ਉਹਦੇ ਲਈ ਮਾੜਾ ਮਨ ਦੇ ਵਿੱਚ ਧਾਰ ਲਵੇ। ਉਹ ਦੂਜੇ 'ਚ ਦੱਸਤਾ ਵੀ ਪਰ ਕਾ ਬੁਰਾ ਨਾ ਰੱਖੋ ਚੀਤ। ਹੁਣ ਤੀਜੀ ਅਵਸਥਾ ਹੈ ਵੀ ਸੂਖ ਦੁੱਖ ਜਨ ਸਮਦ੍ਰਿਸ਼ਟੇਤਾ। ਜਿਸ ਪਿਆਰੇ ਗੁਰੂ ਜਨ ਭਗਤ ਜੀ ਨੂੰ ਸੁੱਖ ਤੇ ਦੁੱਖ ਦੋਵੇਂ ਸੂਖ ਦੁੱਖ ਸਮ ਇੱਕੋ ਜਿਹਾ ਦ੍ਰਿਸ਼ਟੇਤਾ ਦਿਸਦਾ ਹੈ। ਵਾ ਸੂਖ ਦੁੱਖ ਹਰ ਹਾਲਤ 'ਚ ਵਿਆਪਕ ਬ੍ਰਹਮ ਜੀ ਸਮਾਏ ਦ੍ਰਿਸ਼ਟੇਤਾ ਦਿਸਦੇ ਹਨ। ਦੋ ਅਰਥ ਨੇ, ਚਲੋ ਬਈ ਇੱਕ ਤਾਂ ਬ੍ਰਹਮ ਜੀ ਸਮਾਏ ਦਿਖਦੇ ਆ, ਸੁੱਖ 'ਚ ਵੀ ਉਹੀ ਦਿਖਦੇ ਆ, ਦੁੱਖ 'ਚ ਵੀ ਉਹੀ ਦਿਖਦੇ ਆ। ਤੇ ਦੂਸਰਾ ਸੁੱਖ ਤੇ ਦੁੱਖ 'ਚ ਇੱਕੋ ਦੀ ਅਵਸਥਾ ਰਹਿੰਦੀ ਹੈ। ਸੁੱਖ ਆਏ ਤੋਂ ਬਹੁਤਾ ਹੀ ਆਪੇ ਚੋਂ ਬਾਹਰ ਨਹੀਂ ਹੋ ਜਾਂਦੇ, ਦੁੱਖ ਆਏ ਤੋਂ ਘਬਰਾਉਂਦੇ ਨਹੀਂ। ਇਸ ਕਰਕੇ ਇਹ ਜਿਹੜੇ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ, ਕਿਵੇਂ ਕਿਵੇਂ ਹੁੰਦੀ ਹੈ, ਉਹ ਸਾਰੇ ਆ ਪ੍ਰਮਾਣ ਦਿੱਤੇ ਹੋਏ ਆ ਥੱਲੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ। ਇਸੇ ਪ੍ਰਕਾਰ ਇਹ ਹੁਣ ਜਿਹੜੇ ਪ੍ਰਮਾਣ ਆਪਾਂ ਪੜ੍ਹੀ ਜਾਂਦੇ, ਅੱਗੇ ਪੜ੍ਹ ਲਓ ਜੀ। ਮੰਤਰੰ ਰਾਮ ਨਾਮ ਵਾਹਿਗੁਰੂ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨః ਗਿਆਨੰ ਸਮ ਦੁਖ ਸੁਖੰ ਜੁਗਤੇ ਨਿਰਮਲ ਨਿਰਵੈਰਣః। ਜਿਵੇਂ ਦਇਆ ਜਿਹੜਾ ਹੁਣ ਗੁਰ ਸ਼ਬਦ ਤੁਸੀਂ ਪੜ੍ਹੀ ਜਾਂਦੇ ਹੋ, ਇਹ ਸੰਸਕ੍ਰਿਤ ਸ਼ਲੋਕਾਂ ਦੇ ਵਿੱਚੋਂ ਸ਼ਲੋਕ ਹੈ, ਤੇ ਥੱਲੇ ਕਰੋਗੇ ਤਾਂ ਦੱਸੂਗਾ ਕਿੰਨੇ ਨੰਬਰ ਸ਼ਲੋਕ ਹੈ। ਥੋੜਾ ਥੱਲੇ ਕਰੋ, ਨਹੀਂ ਦਿੱਤਾ, ਚਲੋ। ਇਹਦੇ ਵਿੱਚ ਥੱਲੇ ਆਊਗਾ ਖਟ ਲਖਣ ਪੂਰਨੰ ਪੁਰਖः ਨਾਨਕ ਨਾਮ ਸਾਧ ਸਵਜਨः। 6 ਲੱਛਣ ਦੱਸੇ ਹੈ, 6 ਲੱਖਣ ਦੱਸੇ ਹੈ, 6 ਨਿਸ਼ਾਨੀਆਂ ਦੱਸੀਆਂ ਹੈ ਮਹਾਂਪੁਰਖਾਂ ਦੀਆਂ ਜਾਂ ਪੂਰਨ ਪੁਰਖਾਂ ਦੀਆਂ। ਤਾਂ 6 ਦੀਆਂ 12 ਵੀ ਬਣ ਜਾਂਦੀਆਂ, ਇੱਕ ਤੁਕ ਦੇ ਵਿੱਚ 2 6 ਤੁਕਾਂ ਨੇ, ਤਾਂ 12 ਵੀ ਸਮਝ ਲੈਂਦੇ ਆ, ਪਰ 6 ਕਿਉਂਕਿ ਮਹਾਰਾਜ ਨੇ ਲਿਖਿਆ ਥੱਲੇ ਵੀ ਖਟ ਲਖਣ ਪੂਰਨੰ ਪੁਰਖः। ਤਾਂ ਇਸ ਕਰਕੇ ਇਹ ਗੁਰਸ਼ਬਦ ਸਮਝ ਲਿਓ, ਕਦੇ ਫੇਰ ਕਿਤੇ ਦਰਸ਼ਨ ਹੋਣ ਜਾਂ ਕੋਈ ਕਥਾ ਸੁਣਾਉਂਦਾ ਹੋਵੇ ਤੇ ਜਾਂ 6 ਲੱਖਣਾਂ ਦੀ ਗੱਲ ਚੱਲਦੀ ਹੋਵੇ, ਕਿਤੇ ਹੋਵੇ ਵੀ ਅੱਛਾ ਮਹਾਂਪੁਰਖ ਕੌਣ ਹੁੰਦੇ ਆ, ਤਾਂ ਉਹਨਾਂ 'ਚ ਇਹ ਸਾਰੇ ਗੁਣ ਹੁੰਦੇ ਆ। ਜਿਵੇਂ ਜਿਹੜਾ ਗੁਰਸ਼ਬਦ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਉੱਤੇ ਆਇਆ ਨਾ, ਆਪਾਂ ਹੁਣੇ ਪੜ੍ਹਿਆ, ਉਹ ਸਾਰੇ ਗੁਰਸ਼ਬਦ ਦੇ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਹੈ। ਵੀ ਬ੍ਰਹਮ ਗਿਆਨੀ ਦੀ ਅਵਸਥਾ ਕੀ ਹੁੰਦੀ ਹੈ, ਇਹ ਸਾਰੇ ਸ਼ਬਦ ਦੇ ਵਿੱਚ ਵੀ ਬ੍ਰਹਮ ਗਿਆਨੀ ਦੀ ਅਵਸਥਾ ਹੈ। ਇਹਨਾਂ ਸਾਰੇ ਗੁਣਾਂ ਨੂੰ ਚਿੱਤ ਵੀ ਜਾਣਾ, ਵੀ ਅੱਛਾ ਅਰਥ ਸਮਝ ਲੈਣੇ, ਫਿਰ ਮਨ 'ਚ ਵਿਚਾਰਨਾ ਵੀ ਮਹਾਰਾਜ ਤਾਂ ਇਹ ਕਹਿੰਦੇ ਹੈ ਵੀ ਅਸੀਂ ਇਸ ਅਵਸਥਾ ਤੇ ਪਹੁੰਚਣਾ ਹੈ, ਕਿ ਮੇਰੀ ਅਵਸਥਾ ਬਣ ਗਈ ਹੈ, ਕਿ ਦਾਸ ਨੇ ਇਹ ਗੁਣ ਧਾਰਨ ਕਰ ਲਏ। ਇਉਂ ਵਿਚਾਰ ਕਰੀ ਜਾਣੀ ਆਪਦੇ ਅੰਦਰ। ਹਾਂਜੀ, ਚਲੋ ਜੀ। ਦਇਆਲੰ ਸਰਬਤਰ ਜੀਆ ਪੰਚ ਦੋਖ ਬਿਵਰਜਿਤః ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤః ਉਪਦੇਸੰ ਸਮ ਮਿਤਰ ਸਤ੍ਰਹ ਭਗਵੰਤ ਭਗਤੇ ਭਾਵਨੀ ਪਰ ਨਿੰਦਾ ਨਹ ਸਰੋਤੇ ਸ਼੍ਰਵਣੰ ਆਪੋ ਤਿਆਗੇ ਸਗਲ ਰੇਣੁਕః ਖਟ ਲਖਯਣ ਪੂਰਣੰ ਪੁਰਖः ਨਾਨਕ ਨਾਮ ਸਾਧ ਸਵਜਨః। ਅੱਗੇ ਕੰਟੀਨਿਊ ਰੱਖੋ, ਪੜ੍ਹ ਲਓ। ਪਾਪ ਨਾਨਕ ਦੂਜੀ ਤੁਕ ਹੈ ਉਹਦੀ, ਪਹਿਲੀ ਤੁਕ ਸੀਗੀ ਸੂਖ ਦੁੱਖ ਜਨ ਸਮਦ੍ਰਿਸ਼ਟੇਤਾ। ਨਾਨਕ ਪਾਪ ਪੁੰਨ ਨਹੀਂ ਲੇਪਾ। ਨਾਨਕ ਪਾਪ ਪੁੰਨ ਨਹੀਂ ਲੇਪਾ। ਰਾਜਾਨ ਰਾਜ ਦੀਨ ਦਇਆਲ ਕਿਰਪਾਲ ਪ੍ਰਭ ਧੰਨ ਸਾਤੇ ਗੁਰੂ ਨਾਨਕ ਦੇਵ ਸਾਹਿਬ ਧਰਨ ਗਗਨ ਨਵ ਖੰਡ ਮਹੇ ਜੋਤੇ ਸਵਰੂਪੀ ਰਹਿਓ ਪਹਰੇ ਭਾਨੇ ਮਥੁਰਾ ਕਛੋ ਭੇਦੋ ਨਹੀਂ ਗੋਰੋ ਅਰ ਜਾਨੋ ਪਰਤਾਖਿ ਹਾਰੇ। ਪਰਮ ਪੂਜਨੀਕ ਮਹੱਲਾ ਪੰਜਵਾਂ। ਸਾਹਿਬ ਜੀ ਫਰਮਾਉਂਦੇ ਹਨ, ਰਾਜਾਨ ਰਾਜ ਅਸੰਖ ਪ੍ਰਕਾਸ਼ ਦੁਬਾਰਾ ਪੜੋਗੇ ਧਾਰਨੇ ਗਗਨ ਤੋਂ। ਧਰਨੇ ਗਗਨ ਨਵ ਖੰਡ ਮਹੇ ਜੋਤੇ ਸਵਰੂਪੀ ਰਹਿਓ ਭਾਰੇ ਭਾਨੇ ਮਥੁਰਾ ਕਛੋ ਭੇਦੋ ਨਹੀਂ ਗੋਰੋ ਅਰਜੋਨੋ ਪਰਤਖਿ ਹਾਰੇ। ਹਾਂਜੀ, ਪਰ ਜਿਹੜਾ ਗੁਰ ਅਰਜੁਨ
ਆਉਂਦਾ ਬਹੁਤੀਆਂ ਥਾਵਾਂ ਤੇ। ਵੈਸੇ ਆਪਾਂ ਕਹਿਣ ਨੂੰ ਕਹਿ ਦਿੰਦੇ ਹਾਂ ਗੁਰੂ ਅਰਜਨ ਦੇਵ ਸਾਹਿਬ ਜੀ, ਕਿਉਂਕਿ ਅਰਜਨ ਦੇਵ ਜੀ ਵੀ ਬਾਣੀ ਚ ਆਉਂਦਾ ਤੇ ਤਖਤ ਤੇ ਬੈਠਾ ਅਰਜਨ ਗੁਰੂ, ਉੱਥੇ ਅਰਜਨ ਆਉਂਦਾ। ਬਾਕੀ ਸਾਰੇ ਥਾਵਾਂ ਤੇ ਜੱਜੇ ਨੂੰ ਔਂਕੜ ਆਉਂਦਾ, ਤਾਂ ਜੱਜੇ ਨੂੰ ਔਂਕੜ ਛੱਡਣਾ ਨਹੀਂ, ਜਿੱਥੇ ਲਿਖਿਆ ਹੋਇਆ ਉਹ ਧਿਆਨ ਨਾਲ ਬੋਲਣਾ। ਕਈ ਥਾਵਾਂ ਤੇ ਨੰਨ ਨੂੰ ਵੀ ਔਂਕੜ ਆਉਂਦਾ, ਅਰਜੁਨ, ਤੇ ਉਹ ਵੀ ਬੋਲ ਲੈਣਾ ਨਾਲ, ਤੇ ਨਾਲ ਹੀ ਅਰਜੁਨ ਜੱਜੇ ਨੂੰ ਤਾਂ ਔਂਕੜ ਬਿਲਕੁਲ ਵੀ ਨਹੀਂ ਛੱਡਣਾ ਜਿੱਥੇ ਲਿਖਿਆ। ਇਹ ਇਹਦਾ ਖਿਆਲ ਰੱਖਣਾ। ਜਿਵੇਂ ਤੁਕ ਆਉਂਦੀ ਹੈ ਨਾ, ਜਪਿਓ ਜਿਨ ਅਰਜੁਨ ਦੇਵ ਗੁਰੂ, ਜਿਵੇਂ ਜਦੋਂ ਆਪਾਂ ਕੀਰਤਨ ਕਰਦੇ ਹਾਂ, ਆਪਾਂ ਕੀਰਤਨ ਕਰਨ ਲੱਗੇ ਅਰਜੁਨ ਛੱਡ ਦਿੰਦੇ ਹਾਂ, ਅਰਜਨ ਦੇਵ ਗੁਰੂ, ਅਰਜਨ ਦੇਵ ਗੁਰੂ ਇਸ ਤਰ੍ਹਾਂ ਕਰਦੇ ਰਹਿੰਦੇ, ਚਾਹੀਦਾ ਨਹੀਂ। ਲਿਖਿਆ ਮਹਾਰਾਜ ਨੇ ਅਰਜੁਨ ਦੇਵ ਗੁਰੂ, ਤਾਂ ਅਰਜੁਨ ਹੀ ਪੜ੍ਹਨਾ ਚਾਹੀਦਾ। ਚਲੋ ਜੀ। ਪਰਮ ਪੂਜਨੀਕ ਮਹੱਲਾ ਪੰਜਵਾਂ। ਸਾਹਿਬ ਜੀ ਫਰਮਾਉਂਦੇ ਹਨ, ਰਾਜਾਨ ਰਾਜ ਅਸੰਖ ਪ੍ਰਕਾਸ਼ ਸਰੂਪ ਨਿਰਮਲ ਨਿਰਲੇਪ ਸਤਿਗੁਰੂ ਸਾਹਿਬਾਨ ਜੀ ਦੇ ਸੱਚੇ ਚਰਨ ਕਮਲਾਂ 'ਚ ਲੀਨ ਹੋ ਕੇ ਭਾਰੀ ਉਤਸ਼ਾਹ ਨਾਲ ਕੇਵਲ ਪਰਉਪਕਾਰ ਹੀ ਪਰਉਪਕਾਰ ਕਰਦੇ ਹਨ। ਇਸ ਲਈ ਉਹਨਾਂ ਨੂੰ ਪਾਪ ਪੁੰਨ ਦੀ ਲੇਪਾ ਛੂਹ ਨਹੀਂ ਹੈ। ਗੁਰੂ ਪ੍ਰੀਤਮ ਜੀ ਦਾ ਹੁਕਮ ਖਿੜੇ ਮੱਥੇ ਮੰਨਦੇ ਹਨ। ਯਥਾ ਜਿਸ ਕੀ ਬਸਤੁ ਤਿਸੁ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਤੇ ਚਉਗੁਣ ਕਰੈ ਨਿਹਾਲੋ, ਨਾਨਕ ਸਾਹਿਬੋ ਸਦਾ ਦਇਆਲੋ। ਗੁਰਮੁਖੇ ਪੂਰਨ ਬ੍ਰਹਮ ਗਿਆਨੀ ਭਾਈ ਮਨੀ ਸਿੰਘ ਜੀ ਵਾਂਗ ਭਾਵੇਂ ਬੰਦ ਬੰਦ ਕੱਟੇ ਜਾਣ, ਫੇਰ ਵੀ ਪ੍ਰਵਾਹ ਨਹੀਂ ਕਰਦੇ। ਕੀਤੇ ਪਰਉਪਕਾਰਾਂ ਦੀ ਹੰਗਤਾ ਉੱਕਾ ਹੀ ਨਹੀਂ ਕਰਦੇ। ਮਹਾਪਾਪ ਕਰਨ ਦੀ ਬਜਾਏ ਉਤਸ਼ਾਹ ਨਾਲ ਪਰਉਪਕਾਰ ਕਰਦੇ ਹਨ। ਪਰਮ ਪੂਜਨੀਕ ਗੁਰੂ ਚਰਨ ਕਮਲਾ ਚ ਲੀਨ ਬ੍ਰਹਮ ਗਿਆਨੀ ਸਗਲ ਕੀ ਰੀਨਾ ਪੂਰਨ ਬ੍ਰਹਮ ਸਰੂਪ ਹੋਣੇ। ਤੇ ਜਬ ਅਕਾਰੋ ਇਹੋ ਕਛੋ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਤੇ ਹੋਤਾ। ਬਹੁ ਉੱਚੀ ਹੂੰ ਉੱਚੀ ਗੁਰਮੁਖੇ ਅਵਸਥਾ ਚ ਲੀਨ ਪਾਪ ਪੁੰਨ ਤੋਂ ਸਦਾ ਨਿਰਲੇਪ ਹਨ। ਯਥਾ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਸਰਬਤਰ ਰਮਣੰ ਗੋਬਿੰਦః, ਨਾਨਕ ਲੇਪ ਛੇਪ ਨ ਲਿਪਯਤੇ। ਜਬ ਕਛੁ ਪਾਵੈ ਤਬ ਗਰਬੋ ਕਰਤੁ ਹੈ। ਅਨੁਸਾਰ ਰਾਜ ਪ੍ਰਾਪਤ ਕਰਕੇ ਸੁਖ ਚ ਗੁਮਾਨ ਕਰਕੇ ਹੰਕਾਰ ਚ ਫੁੱਲਦੇ ਨਹੀਂ। ਜਿਵੇਂ ਹੰਕਾਰੀ ਬੰਦੇ ਸ਼ਰਾਬ ਪੀ ਕੇ ਕੋਠੇ ਚੜ੍ਹ ਕੇ ਬਕਵਾਸ ਕਰਦੇ ਹਨ। ਮਾਇਆ ਗਈ ਤਬ ਰੋਵਨੋ ਲਗਾ ਤੋ ਹੈ। ਅਨੁਸਾਰ ਮਾਇਆ ਦੇ ਜਾਣ ਤੋਂ ਦੁੱਖ ਕਸ਼ਟ ਚ ਅੜਿੰਗਦੇ ਨਹੀਂ। ਹਾਂਜੀ। ਨਾਨਕ ਪਾਪ ਪੁੰਨ ਨਹੀਂ ਲੇਪਾ, ਆਪ ਜੀ ਨੇ ਸੁਣ ਲਿਆ ਸਾਰਾ। ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ, ਗੁਰਸੇਵਕਾਂ ਨੂੰ ਪਾਪ ਪੁੰਨ ਦੀ ਲੇਪ ਭਾਵ ਛੂਹ ਨਹੀਂ ਲੱਗਦੀ। ਉਹਦਾ ਅਰਥ ਕੀ ਹੈ? ਪਾਪ ਪੁੰਨ ਤੋਂ ਪਰੇ ਹੁੰਦੇ ਆ। ਪਾਪ ਪੁੰਨ ਤੋਂ ਪਰੇ ਇਸ ਕਰਕੇ ਹੁੰਦੇ ਵੀ ਪਾਪ ਤਾਂ ਉੱਕਾ ਹੀ ਨਹੀਂ ਕਰਦੇ। ਇੱਥੇ ਆਇਆ ਸੀ ਵੀ ਉੱਕਾ ਨਹੀਂ ਕਰਦੇ, ਮਤਲਬ ਬਿਲਕੁਲ ਹੀ ਨਹੀਂ ਕਰਦੇ। ਤੇ ਪੁੰਨ ਤਾਂ ਕਰਦੇ ਨੇ, ਭਾਵ ਚੰਗੇ ਕਰਮ ਤਾਂ ਕਰਦੇ ਨੇ, ਪਰ ਪੁੰਨ ਦੀ ਛੋਹ ਨਹੀਂ ਲੱਗਦੀ ਉਹਨਾਂ ਨੂੰ। ਜਿੰਨਾ ਚਿਰ ਆਪਾਂ ਨੂੰ ਪੁੰਨ ਦੀ ਛੋਹ ਲੱਗੀ ਜਾਂਦੀ ਹੈ, ਪੁੰਨ ਦੀ ਪਕੜ ਹੈਗੀ ਹੈ, ਭਾਵ ਵੀ ਪਕੜ ਦਾ ਭਾਵ ਵੀ ਪੁੰਨ ਮੈਂ ਕੀਤਾ ਹੈ, ਇਹ ਭਾਵਨਾ ਬਣੀ ਹੈ, ਉਹਨਾਂ ਚਿਰ ਜਨਮ ਮਰਨ ਹੈਗਾ। ਅਗਲਾ ਜਨਮ ਧਾਰਨਾ ਪਊਗਾ, ਪੁੰਨ ਭੁਗਤਣੇ ਪੈਣਗੇ। ਜਿੰਨੇ ਪੁੰਨ ਕੀਤੇ ਹੈ, ਅਗਲਾ ਜਨਮ ਰਾਜੇ ਦਾ ਹੋ ਜਾਊਗਾ, ਵੱਡਾ ਰਾਜਾ ਬਣ ਜਾਊਗਾ। ਰਾਜਾ ਬਣ ਕੇ ਤੇ ਸਾਰੇ ਪੁੰਨ ਖਾਣੇ ਆਉਣਾ ਪਊਗਾ ਸੰਸਾਰ ਤੇ ਪੁੰਨ ਖਾਣ ਵਾਸਤੇ। ਤਾਂ ਕਰਕੇ ਪੁੰਨ ਪਾਪ ਤੋਂ ਦੋਵਾਂ ਤੋਂ ਛੁੱਟਣਾ ਹੁੰਦਾ। ਪਾਪ ਤਾਂ ਕਰਨੇ ਨਹੀਂ ਹੁੰਦੇ, ਪੁੰਨ ਤੋਂ ਵੀ ਛੁੱਟਣਾ ਹੁੰਦਾ। ਤਾਂ ਪੁੰਨ ਤੋਂ ਕਿਵੇਂ ਛੁੱਟਣਾ ਹੁੰਦਾ ਉਹ ਦੱਸਿਆ ਹੈ ਵੀ ਭਾਵ ਸਭ ਕੁਝ ਗੁਰੂ ਜੀ ਦਾ ਮੰਨ ਕੇ ਗੁਰੂ ਜੀ ਦੇ ਨਾਮ ਤੇ ਆਪਣਾ ਸਭ ਕੁਝ ਲੁਟਾ ਦਿੰਦੇ ਹਨ। ਵੀ ਸਭ ਕੁਝ ਇਉਂ ਜਾਣਨਾ ਵੀ ਮੇਰਾ ਮੁਝ ਮਹਿ ਕਿਛੁ ਨਹੀਂ, ਜੋ ਕਿਛੁ ਹੈ ਸੋ ਤੇਰਾ। ਵੀ ਮੇਰਾ ਮਹਾਰਾਜ ਦੱਸਦਾ ਕੁਛ ਵੀ ਨਹੀਂ, ਸਭ ਕੁਛ ਆਪ ਜੀ ਦਾ ਹੈ। ਇਉਂ ਸਮਝ ਕੇ ਆਪ ਜੀ ਦਾ ਦਿੱਤਾ, ਆਪ ਜੀ ਨੂੰ ਹੀ ਭੇਟਾ ਕੀਤਾ ਹੈ। ਇਉਂ ਜਾਣ ਕੇ ਗੁਰੂ ਸਾਹਿਬ ਨੂੰ ਸਭ ਕੁਝ ਅਰਪ ਦੇਣਾ। ਤੇ ਗੁਰੂ ਜੀ ਦੇ ਨਾਮ ਤੇ ਆਪਣਾ ਸਭ ਕੁਝ ਲੁਟਾ ਦਿੰਦੇ ਹਨ। ਗੁਰੂ ਪ੍ਰੀਤਮ ਜੀ ਦਾ ਹੁਕਮ ਖਿੜੇ ਮੱਥੇ ਮੰਨਦੇ ਹਨ। ਬਸ ਇੱਕੋ ਹੀ ਇੱਛਾ ਹੁੰਦੀ ਹੈ, ਗੁਰੂ ਸਾਹਿਬ ਦਾ ਹੁਕਮ ਮੰਨਣਾ ਹੈ। ਤਾਂ ਗੁਰਮੁਖ
ਪੂਰਨ ਬ੍ਰਹਮ ਗਿਆਨੀ ਭਾਈ ਮਨੀ ਸਿੰਘ ਜੀ ਵਾਂਗ ਜਿਹੜੇ ਪਾਪ ਪੁੰਨ ਤੋਂ ਨਿਰਲੇਪ ਹੋਏ, ਬੰਦ ਕੱਟੇ ਜਾਣ ਫੇਰ ਵੀ ਪਰਵਾਹ ਨਹੀਂ ਕਰਦੇ, ਕੀਤੇ ਪਰਉਪਕਾਰਾਂ ਦੀ ਹੰਗਤਾ ਉੱਕਾ ਹੀ ਨਹੀਂ ਕਰਦੇ। ਕਿਉਂਕਿ ਆਪਾਂ ਪਰਉਪਕਾਰਾਂ ਦੀ ਹੰਗਤਾ ਕਰ ਲੈਂਦੇ ਹਾਂ, ਤਾਂ ਹੰਗਤਾ ਕਰਕੇ ਉਹ ਸਾਰੇ ਪੁੰਨ ਬਣ ਜਾਂਦੇ ਆ, ਪੁੰਨ ਬਣਨੇ ਕਰਕੇ ਉਹ ਸਾਰੇ ਦੇ ਸਾਰੇ ਆਪਾਂ ਨੂੰ ਭੋਗਣੇ ਪੈਂਦੇ ਆ। ਪਰ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਹੰਕਾਰ ਨਹੀਂ ਹੁੰਦਾ ਕਰਮਾਂ ਦੇ ਵਿੱਚ, ਤਾਂ ਇਸ ਕਰਕੇ ਉਹ ਲਿਖੇ ਨਹੀਂ ਜਾਂਦੇ, ਉਹ ਪੁੰਨ ਤੋਂ ਵੀ ਪਰੇ ਹੁੰਦੇ ਆ। ਤਾਂ ਬਜਾਏ ਉਤਸ਼ਾਹ ਨਾਲ ਪਰਉਪਕਾਰ ਕਰਦੇ ਹਨ, ਮਹਾਂਪਾਪ ਕਰਨ ਦੀ ਬਜਾਏ ਉਤਸ਼ਾਹ ਨਾਲ ਪਰਉਪਕਾਰ ਕਰਦੇ ਹਨ। ਤੇ ਇਸ ਕਰਕੇ ਇਹਦੇ ਵਿੱਚ ਇਹ ਵੀ ਇੱਕ ਗੱਲ ਸਮਝਣ ਵਾਲੀ ਹੈ ਵੀ ਜਿਵੇਂ ਹੁਣ ਆਪਾਂ ਪੁੰਨ ਤਾਂ ਕਰਦੇ ਹਾਂ, ਕਰਨੇ ਹੀ ਹੁੰਦੇ ਭਾਵ ਚੰਗੇ ਕਰਮ ਪਰਉਪਕਾਰ, ਇਹ ਤੋਂ ਐਂ ਵੀ ਨਹੀਂ ਬੰਦ ਕਰ ਦੇਣੇ ਹੁੰਦੇ ਕਰਨੇ। ਫਿਰ ਕਰਨਾ ਕੀ ਹੁੰਦਾ, ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੁੰਦੀ ਹੈ। ਭਗਤ ਜੀ ਦੱਸਦੇ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਵੀ ਜਿੰਨੇ ਚੰਗੇ ਕਰਮ ਕੀਤੇ ਹੈ ਮਹਾਰਾਜ ਸਾਰੇ ਆਪ ਜੀ ਨੂੰ ਭੇਟਾ ਕਰਦੇ ਆ, ਅਰਪ ਦੋ ਮਹਾਰਾਜ ਨੂੰ, ਭੇਟਾ ਕਰ ਦੋ, ਆਪ ਜੀ ਪ੍ਰਵਾਨ ਕਰ ਲਓ ਮਹਾਰਾਜ, ਆਪ ਜੀ ਸਾਡੇ ਥਾਂ ਪਾਓ ਬਾਣੀ ਪੜ੍ਹੀ ਪਰਉਪਕਾਰ ਕੀਤੇ। ਜਾਂ ਇਉਂ ਵੀ ਕਹਿੰਦੇ ਬਾਬਾ ਜੀ ਪੰਜਾਂ ਸਿੰਘਾਂ ਤੋਂ ਅਰਦਾਸ ਕਰਾਓ ਵੀ ਮਹਾਰਾਜ ਮੇਰੇ ਜਿੰਨੇ ਪਰਉਪਕਾਰ ਦੇ ਕਾਰਜ ਹੈ ਆਪ ਜੀ ਥਾਂ ਪਾਓ, ਸਾਰੇ ਦੇ ਸਾਰੇ ਕਾਰਜ ਆਪ ਜੀ ਨੂੰ ਅਰਪਦੇ ਭੇਟਾ ਕਰਦੇ ਆ। ਤਾਂ ਇਉਂ ਕਰਕੇ ਮੈਨੂੰ ਹੰਗਤਾ ਤੋਂ ਛਡਾਓ ਜਿੰਨੇ ਮੈਂ ਕਾਰਜ ਕੀਤੇ ਮਹਾਰਾਜ ਇਹਨਾਂ ਦੀ। ਇਉਂ ਫਿਰ ਗੁਰੂ ਸਾਹਿਬ ਦੇ ਅੱਗੇ ਆਪਾਂ ਗੱਲ ਮਹਾਰਾਜ ਤੇ ਛੱਡਤੀ ਨਾ, ਤਾਂ ਉਹ ਗੁਰੂ ਸਾਹਿਬ ਦੇ ਅੱਗੇ ਭੇਟਾ ਹੋ ਗਏ ਤੇ ਮੈਨੂੰ ਮਹਾਰਾਜ ਪਰਉਪਕਾਰ ਕੀਤੇ ਦੀ ਹੰਗਤਾ ਨਾ ਆਵੇ। ਇਹ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ, ਗੁਰੂ ਸਾਹਿਬ ਨੂੰ ਵਿੱਚ ਰੱਖਣਾ ਆਪਾਂ ਸਦਾ। ਇਉਂ ਨਹੀਂ ਬਈ ਆਪ ਹੀ ਬਣ ਕੇ ਬਹਿ ਜਾਣਾ ਵੀ ਮੈਂ ਹੀ ਹੁਣ ਪਾਪ ਪੁੰਨ ਦੀ, ਮੈਂ ਹੁਣ ਹੰਗਤਾ ਨਹੀਂ ਕਰੀ ਜਾਂਦਾ ਪਾਪ ਪੁੰਨ ਦੀ, ਇਹਦੇ ਬਾਰੇ ਮੈਂ ਖਿਆਲ ਨਹੀਂ ਲਿਆਉਣਾ, ਪੁੰਨ ਬਾਰੇ ਇਹਦੇ ਬਾਰੇ ਮੈਂ ਸੋਚਣਾ ਨਹੀਂ। ਇਹ ਤਾਂ ਪਹਿਲਾਂ ਹੀ ਆਪਾਂ ਹੀ ਆਪਦਾ ਹੀ ਥਾਪੀ ਜਾਂਦੇ ਹਾਂ ਵੀ ਮੈਂ ਨਹੀਂ ਇਹਦੇ ਬਾਰੇ ਸੋਚਣਾ, ਮੈਂ ਇਹਦੇ ਬਾਰੇ ਨਹੀਂ ਖਿਆਲ ਲਿਆਉਣਾ, ਤੇ ਇਹ ਤਾਂ ਆਪ ਹੀ ਹੰਕਾਰ ਹੈ। ਤਾਂ ਪਰ ਇਹ ਆਉਂਦੇ ਇਸ ਦਾ ਤਰੀਕਾ ਇੱਕੋ ਹੀ ਹੈ ਵੀ ਗੁਰੂ ਸਾਹਿਬ ਅੱਗੇ ਅਰਪੀ ਜਾਣਾ। ਤੇ ਜਿਵੇਂ ਰਾਜ ਪ੍ਰਾਪਤ ਕਰਕੇ ਸੁਖ ਗੁਮਾਨ ਚ ਕਰਕੇ ਹੰਕਾਰ ਚ ਭੁੱਲਦੇ ਨਹੀਂ, ਤਾਂ ਜਿਵੇਂ ਹੰਕਾਰੀ ਬੰਦੇ ਸ਼ਰਾਬ ਪੀ ਕੇ ਕੋਠੇ ਚੜ੍ਹ ਕੇ ਬਕਵਾਸ ਕਰਦੇ ਹਨ, ਇਉਂ ਵੀ ਨਹੀਂ ਕਰਦੇ ਮਾਇਆ ਆਈ ਤੋਂ, ਤੇ ਰੋਂਦੇ ਵੀ ਨਹੀਂ ਮਾਇਆ ਚਲੀ ਜਾਣ ਤੋਂ, ਸੁੱਖ ਦੁੱਖ ਤੋਂ ਭਰੇ ਰਹਿੰਦੇ। ਤਾਂ ਹੀ ਕਿਹਾ ਸੂਖ ਦੁਖ ਜਨ ਸਮੁੰਦਰ ਸਥਿਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਅੱਗੇ ਕੌਣ ਪਰਉਪਕਾਰੀ ਕਰੂਗਾ? ਜੀ ਅੜਿੰਗਦੇ ਕੀ ਹੁੰਦਾ? ਰੋਂਦੇ। ਅੱਗੇ ਪੜ੍ਹੋ ਭਾਈ ਜੀ, ਕਿਹਨੇ ਪੜ੍ਹਨਾ? ਰਮਨਦੀਪ ਭੈਣ ਜੀ ਆਪ ਜੀ ਨੇ ਪੜ੍ਹਨਾ? पढ़ो कोई प्रेमी। निमाने को प्रभ तेरो मान, सकल कटा को देवो दान, दुख विछोड़ा एहो दुख पुख, एक दुख पुख, एक दुख सकत वार जमदूत, एक दुख रोग लगे तन ताए, जम जम मरे बोलो लगा रोग लगे तन ताए, जम जम मरे मरे फिर जम्मै, बहुत सजाए ਪਿਆ ਦੇਸ ਲੰਮੈ। ਅਨੁਸਾਰ ਵਾਹਿਗੁਰੂ ਜੀ ਦੇ ਵਿਛੋੜੇ 84 ਲੱਖ ਜੂਨ ਜਮਾ ਔਗੁਣਾ ਵਿਕਾਰਾਂ ਦੇ ਕਸ਼ਟ ਦੇ ਮਾਰੇ ਨਿਮਾਨੇ ਜੀਵ ਕੋ ਨੂੰ, ਹੇ ਪ੍ਰਭੂ ਵਾਹਿਗੁਰੂ ਜੀ ਤੇਰੋ ਆਪ ਜੀ ਦੇ ਬਖਸ਼ੇ ਨਾਮ ਜਪਣ ਜਪਾਉਣ ਰੂਪ ਸਰਵ ਵਿਆਪੀ ਮਹਾਵਿਸਮਾਤ ਪਾਤਸ਼ਾਹੀ ਮਾਨ ਸਤਕਾਰ ਮਿਲਦਾ ਹੈ। ਯਥਾ ਮਾਣ ਨਿਮਾਨੇ ਕਹੋ ਪ੍ਰਭ ਤੇਰੋ ਮਾਨ, ਇਹ ਤੁਕਦਾ ਹੀ ਅਰਥ ਹੈ ਬਈ ਗੁਰੂ ਸਾਹਿਬ ਦੇ ਜਿਹੜੇ ਆਪਾਂ ਜਿੰਨੇ ਜੀਵ ਹੈ ਨਾ, ਆਪਾਂ ਮਾਨ ਤੋਂ ਰਹਿਤ ਹੈ। ਕਿਉਂ ਮਾਨ ਤੋਂ ਰਹਿਤ ਹੈ? ਕਿਉਂਕਿ ਵਾਹਿਗੁਰੂ ਜੀ ਦੇ ਵਿਛੋੜੇ 84 ਲੱਖ ਜੂਨ ਜਮਾ ਔਗਣਾ ਵਿਕਾਰਾਂ ਦੇ ਕਸ਼ਟ ਦੇ ਮਾਰੇ ਆ ਆਪਾਂ, ਇਸ ਕਰਕੇ ਆਪਣਾ ਨਿਮਾਣੇ ਹੈ। ਇਹਨਾਂ ਸਾਰਿਆਂ ਦੇ ਆਪਾਂ ਕਸ਼ਟ ਭੋਗਦੇ ਹਾਂ, 84 ਲੱਖ ਜੂਨਾਂ ਚੋਂ ਆਏ ਵਾਹਿਗੁਰੂ ਜੀ ਤੋਂ ਵਿਛੜੇ ਆ, ਤਾਂ ਕਰਕੇ ਆਪਣਾ ਮਾਨ ਜਿਹੜਾ ਨਾ ਇੱਜ਼ਤ ਨਾਸ ਹੋਈ ਵੀ ਹੈ। ਤਾਂ ਐਸੇ ਨਿਮਾਨੇ ਜੀਵ ਨੂੰ ਹੇ ਪ੍ਰਭ ਵਾਹਿਗੁਰੂ ਜੀ ਤੇਰੋ ਆਪ ਜੀ ਦੇ ਬਖਸ਼ੇ ਨਾਮ ਜਪਣ ਜਪਾਉਣ ਰੂਪ ਸਰਬ ਵਿਆਪੀ ਮਹਾਵਿਸਮਾਦ ਪਾਤਸ਼ਾਹੀ, ਇਹ ਪਾਤਸ਼ਾਹੀ ਹੈ ਕਿਹੜੀ? ਨਾਮ ਜਪਣਾ ਤੇ ਜਪਾਉਣਾ,
ਇਹ ਪਾਤਸ਼ਾਹੀ ਹੈ ਸਰਬ ਵਿਆਪੀ ਮਹਾਵਿਸਮਾਦ ਪਾਤਸ਼ਾਹੀ। ਮਹਾਰਾਜ ਬਾਣੀ ਤੋਂ ਕਹਿੰਦੀ ਜੇ ਸੁਨਾਮ ਹਿਰਦੈ ਸੋਈ ਵੱਡ ਰਾਜਾ। ਇਹਨਾਂ ਦੇ ਹਿਰਦੇ 'ਚ ਨਾਮ ਹੁੰਦਾ ਉਹ ਵੱਡੇ ਬਿਨਾ ਪ੍ਰਿਥਵੀ ਤੇ ਰਾਜੇ ਹੁੰਦੇ। ਨਾਨਕ ਪਾਤੇ ਸਾਹੀ ਪਾਤੇ ਸਾਹ, ਪਾਤਸ਼ਾਹਾਂ ਦੇ ਪਾਤਸ਼ਾਹ ਹੁੰਦੇ। ਤਾਂ ਐਸੇ ਪਾਤਸ਼ਾਹੀ ਬਖਸ਼ੀ ਹੈ ਨਾਮ ਜਪਣ ਜਪਾਉਣ ਰੂਪ ਸਤਿਗੁਰਾਂ ਨੇ, ਤਾਂ ਮਾਨ ਸਤਿਕਾਰ ਮਿਲਦਾ ਹੈ ਮਹਾਰਾਜ ਦਾ ਬਖਸ਼ਿਆ। ਨਿਮਾਨੇ ਕਹੋ ਪ੍ਰਭ ਤੇਰੋ ਮਾਨ। ਚਲੋ ਜੀ। ਯਥਾ ਮਾਨ ਨਿਮਾਣੇ ਤੂੰ ਤੜੀ ਤੇਰਾ ਪਰਵਾਸਾ, ਬਿਨੁ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ। निमाने को जो दे तो मान, सगल भूखे को करता दान। मत होंदी होए इयाना, तान होंदे होए निताना। अनहोंदे आप वंडाए, को ऐसा भगत सदाए। एक फिक्का ना गलाए, सबना मैं दा लाए। एक फिक्का ना गा लाए, सबना मैं सच्चा तड़ी। ठियाऊ ना कही ठाए, मानक सब अमोलोवो। सबना मन मानक अमोल वे, अमोल वे। मानक सब अमोल वे, सबना मन मानिक। ठाहण मूल मचांगवा, जे तो प्रिया दी सिख। हियाऊ ना ठाए कही दा, ਅਨੁਸਾਰ ਮਾਣ ਹੁੰਦਿਆਂ ਨਿਮਾਣਾ ਹੋ ਕੇ ਗੁਰਮੁਖ ਅਵਸਥਾ ਨੂੰ ਪ੍ਰਾਪਤ ਹੋ ਕੇ ਇੱਥੇ ਅਤੇ ਦਰਗਾਹ 'ਚ ਰੱਬ ਸਮਾਨ ਮਾਣ ਪਾਉਂਦੇ ਹਨ। ਹਾਂਜੀ ਆਪਸ ਤਾਂ ਕੋ ਹੁਣ ਇੱਥੇ ਆਇਆ ਤਾਂ ਹੈ ਵੀ ਅਨੁਸਾਰ ਮਾਣ ਹੁੰਦਿਆਂ ਨਿਮਾਣੇ ਹੋ ਕੇ ਗੁਰਮੁਖ ਅਵਸਥਾ ਨੂੰ ਪ੍ਰਾਪਤ ਹੋ ਕੇ ਇੱਥੇ ਅਤੇ ਦਰਗਾਹ 'ਚ ਰੱਬ ਸਮਾਨ ਮਾਣ ਪਾਉਂਦੇ ਹਨ। ਤਾਂ ਉਹ ਕਿਵੇਂ ਪਾਉਂਦੇ ਹੈ? ਉੱਤੇ ਤੁਕਾਂ ਦੇ ਵਿੱਚ ਸਪਸ਼ਟ ਹੋਇਆ ਹੈ ਵੀ ਅਣਹੋਂਦੇ ਆਪ ਵੰਡਾਏ, ਉਹ ਐਸਾ ਭਗਤ ਸਦਾਏ। ਜਿਵੇਂ ਉੱਤੇ ਤੁਕ ਹੈ ਮਾਤੇ ਹੁੰਦੀ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ। ਅਣਹੋਂਦੇ ਆਪ ਵੰਡਾਏ, ਉਹ ਐਸਾ ਭਗਤ ਸਦਾਏ। ਗੁਰਮੁਖਾਂ ਕੋਲ ਮੱਤ ਤਾਂ ਹੁੰਦੀ ਹੈ ਨਹੀਂ ਵੀ ਉਹ ਮੱਤ ਦੇ ਹੀਣੇ ਹੁੰਦੇ ਆ, ਪਰ ਉਹ ਗੁਰੂ ਸਾਹਿਬ ਦੀ ਬਖਸ਼ੀ ਮੱਤ ਜਾਣਦੇ ਆ। ਤਾਂ ਉਹ ਆਪਣਾ ਆਪ ਜਣਾਉਂਦੇ ਨਹੀਂ, ਇਉਂ ਇਆਣੇ ਹੁੰਦੇ ਆ, ਗੁਰੂ ਸਾਹਿਬ ਦੇ ਇਆਣੇ ਬੱਚੇ ਬਣ ਕੇ ਰਹਿੰਦੇ ਆ। ਤਾਣ ਹੁੰਦੇ ਹੋਏ ਨਿਤਾਣਾ, ਤਾਣ ਹੁੰਦੇ, ਤਾਣ ਤਾਂ ਉਹਨਾਂ ਕੋਲ ਹੁੰਦਾ ਹੈ, ਗੁਰੂ ਸਾਹਿਬ ਦਾ ਬਖਸ਼ਿਆ ਹੁੰਦਾ, ਤਾਂ ਉਹਨੂੰ ਮਹਾਰਾਜ ਦਾ ਬਖਸ਼ਿਆ ਤਾਣ ਜਾਣਦੇ ਆ, ਆਪ ਦਾ ਨਹੀਂ ਜਾਣਦੇ। ਆਪਦੇ ਆਪ ਨੂੰ ਨਿਤਾਣਾ ਹੀ ਜਾਣਦੇ ਆ ਵੀ ਮੇਰੇ ਕੋਲ ਤਾਂ ਤਾਣ ਕੋਈ ਨੀ ਗਾ, ਪਰ ਗੁਰੂ ਸਾਹਿਬ ਦਾ ਬਖਸ਼ਿਆ ਤਾਣ ਹੁੰਦਾ ਉਹਨਾਂ ਕੋਲ। ਅਣ ਹੁੰਦੇ ਆਪ ਵੰਡਾਏ, ਅਣ ਹੁੰਦਾ ਵੀ ਆਪਣੀ ਹੋਂਦ ਹੀ ਖਤਮ ਕਰ ਦੇਣੀ। ਜਿਵੇਂ ਉੱਤੇ ਤੁਕ ਆਈ ਸੀ, ਜਬ ਇਹ ਹੁਆ ਸਗਲ ਕਰੀਨਾ, ਤਾਂ ਤੇ ਰਮਈਆ ਘਾਟੇ ਘਾਟੇ ਚੀਨਾ। ਤਾਂ ਉਹ ਅਵਸਥਾ ਹੈ ਅਣਹੋਂਦੇ ਦੀ। ਆਪ ਵੰਡਾਏ, ਆਪ ਹੁੰਦਾ ਅਹੰਕਾਰ, ਅਹੰਕਾਰ ਨੂੰ ਵੰਡਾ ਦਿੰਦੇ, ਭਾਵ ਨਾਸ਼ ਕਰ ਦਿੰਦੇ ਹੈ ਅਣਹੋਂਦੇ ਹੋ ਕੇ। ਅਣਹੋਂਦੇ ਹੋਣਾ ਹੈ ਵੀ ਸਾਰਿਆਂ ਦੇ ਚਰਨ ਧੂੜ ਹੋ ਜਾਣਾ। ਸਰਬ ਕੀ ਰੇਨ ਜਾ ਕਾ ਮਨ ਹੋਏ। ਤਾਂ ਇਸ ਤਰੀਕੇ ਦੇ ਨਾਲ ਕੋ ਐਸਾ ਭਗਤ ਸਦਾਏ, ਜਿਹੜੇ ਕੋਈ ਐਸੇ ਗੁਰਮੁਖ ਹੁੰਦੇ ਹੈ ਜਿਹੜੇ ਉੱਤੇ ਤਿੰਨ ਗੁਣ ਦੱਸੇ, ਉਹਨਾਂ ਨੂੰ ਭਗਤ ਕਿਹਾ ਜਾਂਦਾ। ਤਾਂ ਅੱਗੇ ਵਚਨ ਕਰਦੇ ਹੈ, ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਣੀ। ਮਾਰੇ ਕਹਿੰਦੇ ਫਿੱਕਾ ਬਚਨ, ਕੌੜਾ ਬਚਨ ਕਿਸੇ ਨੂੰ ਨਾ ਬੋਲਦੇ ਹੋਣ, ਸਾਰਿਆਂ ਸਭਨਾ ਮੈਂ ਸੱਚਾ ਧਣੀ, ਅਕਾਲ ਪੁਰਖ ਪਰਮੇਸ਼ਰ ਜੀ ਮਾਲਕ ਸਾਰਿਆਂ ਨੂੰ ਜਾਣਦੇ ਹੋਣ। ਪਿਆਓ ਨਾ ਕਹੀ ਠਾਹੇ, ਮਾਨਕ ਸਭ ਮੋਲਵੇ। ਹਿਰਦਾ ਕਿਸੇ ਦਾ ਨਾ ਢਾਉਂਦੇ ਹੋਣ, ਕੌੜੇ ਬਚਨ ਬੋਲ ਬੋਲ ਕੇ, ਗਾਲਾਂ ਕੱਢ ਕੇ ਇੱਕ ਦੂਜੇ ਨੂੰ। ਸਾਰਿਆਂ ਨੂੰ ਅਕਾਲ ਪੁਰਖ ਪਰਮੇਸ਼ਰ ਜੀ ਜੋਤ ਜਾਣਦੇ ਹੋਣ। ਐਸੇ ਜਿਹੜੇ ਗੁਰਮੁਖ ਹੁੰਦੇ ਆ ਨਾ, ਉਹਨਾਂ ਨੂੰ ਕਿਹਾ ਅਨੁਸਾਰ ਮਾਣ ਹੁੰਦਿਆਂ ਨਿਮਾਣਾ ਹੋ ਕੇ ਗੁਰਮੁਖ ਅਵਸਥਾ ਨੂੰ ਪ੍ਰਾਪਤ ਹੋ ਕੇ ਇੱਥੇ ਤੇ ਦਰਗਾਹ 'ਚ ਰੱਬ ਸਮਾਨ ਮਾਨ ਪਾਉਂਦੇ। ਤਾਂ ਅੱਗੇ ਪ੍ਰਮਾਣ ਹੈ ਦੋ ਜੀ, ਉਹ ਵੀ ਪੜ੍ਹ ਦੋ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨੂ ਏਕੋ ਜਾਨੋ। ਸੱਚੀ ਦਰਗਾਹ ਮਾਨ ਨਿਮਾਣੇ, ਦਰਗੇ ਮਾਨ ਪਾਵੇ। ਸੱਚੀ ਦਰਗਾਹ ਮਾਨ ਨਿਮਾਣੈ, ਸੱਚੀ ਦਰਗੇ ਮਾਨ ਨਿਮਾਣੈ। ਦਰਗੇ ਮਾਨ ਪਾਵੇ, ਪਤ ਸਿਓ ਜਾਵੇ। ਆਗੇ ਦੁਖ न लागे, निमाने लागै। आगे दुख न लागै। निमाने को
ਤੇ ਹਾਂਜੀ ਉਹ ਇਹ ਪ੍ਰਮਾਣ ਨੇ ਵੀ ਜਿਹੜੇ ਐਸੇ ਗੁਰਮੁਖ ਨੇ ਉਹਨਾਂ ਨੂੰ ਮਹਾਰਾਜ ਦਾ ਬਖਸ਼ਿਆ ਮਾਣ ਹੈ, ਉਹ ਅੱਗੇ ਦੁੱਖ ਨਹੀਂ ਪਾਉਂਦੇ, ਪਤ ਇੱਜ਼ਤ ਦੇ ਨਾਲ ਸੰਸਾਰ ਚ ਜਾਂਦੇ। ਤੇ ਪੜ੍ਹੋ, ਕਿਸੇ ਹੋਰ ਗੁਰਮੁਖ ਨੇ ਪੜ੍ਹਨਾ ਤੇ ਜੀ। ਗੁਰਨੀਤ ਸਿੰਘ ਜੀ, ਆਪ ਜੀ ਨੇ ਪੜ੍ਹਨਾ? ਮਹਾਰਾਜ ਜੀ ਪ੍ਰਸ਼ਾਦ ਛਕ ਰਹੇ ਜੀ। ਠੀਕ ਹੈ ਜੀ, ਚੜ੍ਹਦੀ ਕਲਾ। ਸੌਰਵ ਸਿੰਘ ਜੀ, ਆਪ ਜੀ ਕਿਰਪਾ ਕਰੋ ਫਿਰ। ਨਹੀਂ, ਸੌ ਗਏ। ਚਲੋ ਮੋਨੀ ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਵਾਹਿਗੁਰੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਜੀ ਜੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਬ ਵੀਰ ਜੀ ਕਿੱਥੋਂ ਪੜ੍ਹਨਾ ਜੀ? ਦੱਸ ਨੂੰ ਇੱਕ ਵਾਰ ਦੱਸ ਦੋਗੇ? PDF ਤੁਹਾਡੇ ਕੋਲੇ, ਨਹੀਂ ਤਾਂ ਆਹ ਪੜ੍ਹ ਲਓ ਇੱਥੋਂ, ਸਕਰੀਨ ਨਿਮਾਨੇ ਕਹੋ। ਦਰਸ਼ਨ ਹੋ ਰਹੇ ਨਿਮਾਨੇ screen ਤੇ ਆਪ ਜੀ? ਕੋ ਪ੍ਰਭ ਤੇਰੋ ਮਾਨ, ਵਿਦੇਸ਼ੀ ਜ਼ਾਲਮ ਜਿਸ ਰੰਕ ਦੀਆਂ ਬਹੁ ਬੇਟੀਆਂ ਨੂੰ ਚੱਕ ਕੇ ਗਜਨੀ ਚ ਟਕੇ ਤੇ ਵੇਚਦੇ ਸਨ, ਜਿਸ ਨੂੰ ਕੋਈ ਵੀ ਸਰਕਾਰੀ ਨੌਕਰੀ ਨਹੀਂ ਸੀ ਮਿਲਦੀ, ਜੋ ਧੂੜ ਚ ਰੁਲ ਰਿਹਾ ਸੀ, ਜਿਸ ਨੇ ਸ਼ੂਦਰ ਕਹਿ ਕੇ ਤਿਰਸਕਾਰ ਕਰਦੇ ਸਨ, ਜ਼ਾਲਮ ਜਿਸ ਦੇ ਮੂੰਹ ਚ ਥੁੱਕਦੇ ਸਨ, ਜਿਸ ਨੂੰ ਘੋੜੇ ਤੇ ਚੜਨ, ਫੌਜ ਤਖਤ ਰਚਨ, ਸੀਸ ਤੇ ਦਮਾਲਾ ਚੱਕਰ ਸਜਾਉਣ, ਸ਼ਸਤਰ ਪਹਿਨਣ ਦੀ ਸਖਤ ਮਨਾਹੀ ਸੀ, ਜੋ ਵੇ ਜਮਾ ਨਾ, ਜੂਨਾ ਜਿਹੜਾ ਹਾਲਤ ਸੀ ਨਾ ਮਹਾਰਾਜ ਛੇਵੇਂ ਪਾਤਸ਼ਾਹ, ਪਹਿਲੇ ਪਾਤਸ਼ਾਹ ਤੋਂ ਪਹਿਲਾਂ, ਉਹ ਬਹੁਤ ਹੀ ਜ਼ਿਆਦਾ ਮਾੜੀ ਸੀ। ਹਿੰਦੁਸਤਾਨ ਦੇ ਵਿੱਚ ਗਰੀਬ ਲੋਕਾਂ ਨੂੰ ਬਹੁਤ ਹੀ ਤੰਗ ਕੀਤਾ ਜਾਂਦਾ ਸੀ, ਇੰਨੇ ਜ਼ੁਲਮ ਕੀਤੇ ਜਾਂਦੇ ਸੀ। ਜਿਹੜੇ ਆਹ ਦੇਖੋ ਲਿਖੇ ਹੈ, ਗਜ਼ਨੀ ਜਗ੍ਹਾ ਹੈ, ਸ਼ਹਿਰ ਹੈ, ਉੱਥੇ ਟਕੇ ਨੂੰ ਵੇਚਦੇ ਸਨ। ਜਿਸ ਰੰਕ ਹੁੰਦੇ ਗਰੀਬ, ਵਿਦੇਸ਼ੀ ਜ਼ਾਲਮ, ਜਿਹੜੇ ਮੁਸਲਮਾਨ ਸੀਗੇ ਉਹ ਦੂਸਰੇ ਵਿਦੇਸ਼ ਚੋਂ ਆਉਂਦੇ ਸੀਗੇ, ਉਹ ਦੂਜੋਂ ਆ ਕੇ ਪੰਜਾਬ ਵਿੱਚ ਰਾਜ ਪੈਂਦਾ ਸੀਗਾ। ਮੁਸਲਮਾਨੀ ਮੁਲਕ ਈਰਾਨ, ਇਰਾਕ, ਅਰਬ ਚੋਂ ਆ ਕੇ, ਅਫਗਾਨਿਸਤਾਨ ਵਰਗਿਆਂ ਚੋਂ ਇਹ ਪੰਜਾਬ 'ਚ ਪਹਿਲਾਂ ਹਮਲਾ ਕਰਦੇ ਸੀ। ਪੰਜਾਬ 'ਚ ਆ ਕੇ ਫਿਰ ਅੱਗੇ ਦਿੱਲੀ ਤਾਈਂ ਸਾਰਾ ਮੁਲਕ ਲੁੱਟਦੇ ਸੀਗੇ, ਤੇ ਉਹ ਸਾਰੇ ਇਹਨਾਂ ਦੇ ਜਿੰਨਾ ਕੁਛ ਹੈ ਸਭ ਚੱਕ ਕੇ ਲੈ ਜਾਂਦੇ ਸੀਗੇ। ਤੇ ਇਹਨਾਂ ਦੀਆਂ ਹਿੰਦੁਸਤਾਨੀਆਂ ਦੀਆਂ ਬਹੁ ਬੇਟੀਆਂ ਜਿੰਨੀਆਂ ਵੀ ਸੀ ਉਹ ਸਾਰੀਆਂ ਫੜ ਕੇ ਲੈ ਜਾਂਦੇ। ਤੇ ਗਜ਼ਨੀ ਦੇ ਬਾਜ਼ਾਰ ਲੱਗਦਾ ਹੁੰਦਾ ਸੀਗਾ, ਗਜ਼ਨੀ ਦੇ ਵਿੱਚ, ਗਜ਼ਨੀ ਜਗ੍ਹਾ ਹੈ ਉੱਥੇ ਬਾਜ਼ਾਰ ਲੱਗਦਾ ਸੀ, ਉੱਥੇ ਟਕੇ ਤੇ ਵੇਚਦੇ ਸਨ। ਵੀ ਟਕਾ ਹੁੰਦਾ, ਸਮਝ ਲਓ ਵੀ ਇੱਕ ਜਿਵੇਂ ਪੈਨੀ ਕਹਿ ਲਓ, ਤੇ ਇੰਨੇ ਕੁ ਚ ਵੇਚ ਦਿੰਦੇ ਸੀ। ਵੀ ਹਿੰਦੁਸਤਾਨ ਦੀ ਜੰਮੀ ਪਲੀ ਜਿਹੜੀ ਬੱਚੀ ਸੀਗੀ, ਉਹਦੀ ਇੰਨੀ ਕੁ ਮਾੜੀ ਹਾਲਤ ਸੀਗੀ ਕਿ ਗੁਰੂ ਸਾਹਿਬ ਦਾ ਪਰਉਪਕਾਰ ਬਹੁਤ ਵੱਡਾ ਹੈ। ਇੰਨੀ ਕੁ ਮਾੜੀ ਹਾਲਤ ਸੀ ਵੀ ਹਿੰਦੁਸਤਾਨ ਦੀ ਬਹੁ ਬੱਚੀ ਦੀ ਕੀਮਤ ਇੱਕ ਪੈਨੀ ਪੈਂਦੀ ਹੋਵੇ ਤੇ ਬੱਕਰਾ ਹਜੇ 5-10 ਸੈਂਟਾਂ ਦਾ ਮਿਲ ਜਾਂਦਾ ਹੈ ਉੱਥੇ, ਤੇ ਜੇ ਕਿਸੇ ਨੇ ਕੁੱਕੜ ਲੈਣਾ ਉਹ ਵੀ ਮਹਿੰਗਾ ਮਿਲ ਜਾਂਦਾ। ਤੇ ਪਰ ਜਿਹੜੀ ਬੱਚੀ ਦੀ ਕੀਮਤ ਹੋਵੇ, ਖਰੀਦਣੀ ਹੋਵੇ ਕਿਸੇ ਨੇ ਹਿੰਦੁਸਤਾਨ ਦੀ ਜੰਮਪਲ ਬੱਚੀ, ਉਹ ਇੱਕ ਟਕੇ ਦੀ ਮਿਲਦੀ ਸੀ। ਤੇ ਜਿਹਨੂੰ ਕੋਈ ਸਰਕਾਰੀ ਨੌਕਰੀ ਨਹੀਂ ਸੀ ਮਿਲਦੀ, ਧੂੜ ਚ ਰੁਲਦਾ ਸੀਗਾ, ਸ਼ੂਦਰ ਕਹਿ ਕੇ ਤਿਰਸਕਾਰ ਕਰਦੇ ਸੀ। ਤੇ ਮੂੰਹ ਚ ਜ਼ਾਲਮ, ਜਿਸ ਤੇ ਮੂੰਹ ਚ ਥੁੱਕਦੇ ਸਨ, ਘੋੜੇ ਤੇ ਚੜ੍ਹਨ ਦੀ ਆਗਿਆ ਨਹੀਂ ਸੀ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦਿੱਤੇ। ਫੌਜ ਤਖਤ ਤਾਂ ਕੋਈ ਰਚ ਹੀ ਨਹੀਂ ਸਕਦਾ ਸੀ ਨਾ, ਸੀਸ ਤੇ ਕੋਈ ਦਮਾਲਾ ਨਹੀਂ ਚਲਾ ਸਕਦਾ ਸੀ, ਚੱਕਰ ਸਜਾਉਣ ਦੀ, ਕੋਈ ਸ਼ਸਤਰ ਪਹਿਨਣ ਦੀ ਸਖਤ ਮਨਾਹੀ ਸੀ। ਇਉਂ ਨਿਮਾਣਾ ਸੀਗਾ। ਪਹਿਲਾਂ ਆਇਆ ਨਾ ਤੁਕ ਨਿਮਾਨੇ ਕਹੋ ਪ੍ਰਭ ਤੇਰੋ ਮਾਨ, ਇਉਂ ਫਿਰ ਨਿਮਾਣਾ ਸੀਗਾ, ਕੋਈ ਮਾਣ ਹੀ ਨਹੀਂ ਸੀ ਵਿਚਾਰੇ ਦਾ। ਜਿਹੜਾ ਬੰਦੇ ਸੀ ਉਹ ਰੁਲੀ ਜਾਂਦੇ ਸੀ। ਇਹ ਤਾਂ ਖਾਲਸਾ ਮਹਾਰਾਜ ਨੇ ਸਾਜਿਆ। ਇੱਕ ਵਾਰੀ 22,000, ਇੱਕ ਵਾਰੀ 18,000, 30,000, ਇਸ ਤਰ੍ਹਾਂ ਬੰਨ ਕੇ ਜਿਹੜੀਆਂ ਬਹੁ ਬੇਟੀਆਂ ਹਿੰਦੁਸਤਾਨ ਦੀਆਂ ਲੈ ਕੇ ਜਾਂਦੇ ਸੀ, ਉਹ ਖਾਲਸੇ ਨੇ ਛੜਾਈਆਂ। ਤਾਂ ਸਤਿਗੁਰਾਂ ਦਾ ਪਹਾੜੀ ਪਰਉਪਕਾਰ ਹੈ ਭਾਈ। ਤਾਂ ਜੋ ਜਮਾ ਜੂਨਾ ਰੋਗਾਂ ਉਗਣਾ ਵਸ ਹੋ ਰਿਹਾ ਸੀ, ਤਾਂ ਕੌਮਾ ਹੈ, ਇਹਦੇ ਵਿੱਚ ਦੋ ਅਰਥ ਹੈ। ਬੇਨਿਮਾਨਾ ਇਉਂ ਵੀ ਸੀ ਵੀ ਜਮਾ ਜੂਨਾ ਚ ਵੀ ਰੁਲੀ ਜਾਂਦਾ ਸੀ, ਉਗਣਾ ਚ ਵੀ ਰੁਲੀ ਜਾਂਦਾ ਸੀ। ਇੱਕ ਵਿਦੇਸ਼ੀ ਜ਼ਾਲਮ ਨੇ ਬੜਾ ਜ਼ੁਲਮ ਕੀਤਾ ਸੀ, ਤਾਂ ਕਰਕੇ ਨਿਮਾਣਾ ਹੋਇਆ ਵਇਆ ਸੀ, ਮਾਣ ਨਾਸ ਕੀਤਾ ਸੀ ਵਿਚਾਰੇ ਦਾ। ਹਾਂਜੀ, ਪੜ੍ਹੋ ਜੀ। ਜੋ ਜਮਾ ਜੂਨਾ ਰੋਗਾਂ ਔਗਣਾ ਵਸ ਹੋ ਰਿਹਾ ਸੀ, ਐਸੇ ਨਿਮਾਣੇ ਮਾਣ ਤੋਂ ਰਹਿਤ ਨਿਮਾਣੇ ਜੀਵ ਕਉ ਨੂੰ, ਹੇ ਪ੍ਰਭ ਵਾਹਿਗੁਰੂ ਰਾਜ ਨਿਰਾਜ ਨੰਨੇ ਸਰਬ ਨਾਲ ਕਲਾ ਜਮਾ ਸਮਰੱਥ। ਵਾਹਿਗੁਰੂ ਮਹੱਲਾ ਪਹਿਲਾ ਜੀ।
ਮਹੱਲਾ ਛੇਵਾਂ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਦਾ ਗੁਰਤਾ ਬਿਰਾਜਮਾਨ। ਸਤਿਗੁਰੂ ਗ੍ਰੰਥ ਸਾਹਿਬ ਜੀ ਤੇਰੋ ਆਪ ਜੀ ਦਾ ਬਖਸ਼ਿਆ ਸ਼ੁਭ ਸੱਚਾ ਮਾਣ ਸਤਿਕਾਰ ਪ੍ਰਾਪਤ ਹੈ, ਜੋ ਆਪ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਗੁਰਬਾਣੀ ਜੀ ਬਖਸ਼ ਕੇ ਖਾਲਸਾ ਪੰਥ ਜੀ ਸਜਾਏ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਅਨੁਸਾਰ। ਕੀੜਿਆਂ ਨੂੰ ਪਾਤਸ਼ਾਹੀਆਂ ਬਖਸ਼ੀਆਂ ਮਹਾਰਾਜ ਜੀ। ਕੀੜਿਆਂ ਨੂੰ ਪਾਤਸ਼ਾਹੀ ਬਖਸ਼ਦਿਆਂ ਇਹ ਸ਼ੁਭ ਸੱਚੇ ਵਰ ਬਖਸ਼ੇ ਕਿ ਦਾਸਨ ਦਾਸ ਨੇ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਅਨੁਸਾਰ ਬਿਨਾਂ ਪ੍ਰਿਥਵੀ ਦੇ ਰਾਜੇ ਬਣਾਏ ਹਨ। ਜੋ ਪੂਰੇ ਗੁਰੂ ਜੀ ਤੋਂ ਬਿਨਾਂ ਰਾਜੇ ਮਹਾਰਾਜੇ ਦੀ ਵੀ ਪਰਵਾਹ ਨਹੀਂ ਕਰਨਗੇ, ਐਸੇ ਸਰਬ ਵਿਆਪੀ ਅੰਤ ਕਲਾਵਾਨ ਮਹਾਵਿਸਮਾਦ ਵਰ। ਅਨੰਤ ਕਲਾਵਾਨ ਪੂਰਨ ਮਿਹਰਵਾਨ ਵਾਹਿਗੁਰੂ ਪੂਰਨ ਜੀ ਹੀ ਬਖਸ਼ ਸਕਦੇ ਹਨ। ਯਥਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋਂ ਕਰੋ ਨਿਵਾਸ। ਕਰੋ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ। ਵਾਹਿਗੁਰੂ ਕੋਈ ਦੋ ਬੰਦੇ ਆਉਣ ਹੋਏ ਪਏ, 1 ਮਿੰਟ ਰੁਕੋ, 10 ਮਿੰਟ ਕਰਦਾ। ਚਲੋ ਜੀ, ਹਾਂਜੀ। ਖਾਲਸੇ ਕੇ ਹੋ ਸਦ ਸਦ ਸੰਗਾ। ਖਾਲਸਾ ਮੇਰੋ ਇਸ਼ਟ ਸੁਹਿਰਦ। ਖਾਲਸਾ ਮੇਰੋ ਕਹੀਅਤ ਬਿਰਦ। ਖਾਲਸਾ ਮੇਰੋ ਪਾਸ਼ਿਆਰ ਪਾਤਾ। ਖਾਲਸਾ ਮੇਰੋ ਸੁਖ ਕਹਿਲਾਦਾ। ਖਾਲਸਾ ਮੇਰੋ ਮਿੱਤਰ ਸਖਾਈ। ਖਾਲਸਾ ਮਾਤ ਪਿਤਾ ਸੁਖਦਾਈ। ਖਾਲਸਾ ਮੇਰੀ ਸੋਭਾ ਸੀਲਾ। ਖਾਲਸਾ ਬੰਦ ਸਖਾ ਸਦ ਢੀਲਾ। ਖਾਲਸਾ ਮੇਰੀ ਜਾਤ ਅਰਪਤ। ਖਾਲਸਾ ਸੋ ਮਾ ਕੋਤ ਪਤ। ਵੇਖੋ ਇਹ ਸਾਰੇ ਵਰ ਦਿੱਤੇ ਆ ਖਾਲਸੇ ਨੂੰ, ਜਿੰਨੇ ਹੁਣ ਵਰ ਗਿਣਾਈ ਜਾਂਦੇ ਸਾਰੇ ਖਾਲਸੇ ਨੂੰ ਵਰ ਦਿੱਤੇ ਆ। ਵੀ ਕਿੱਥੇ ਤਾਂ ਇੰਨੀ ਮਾੜੀ ਦਸ਼ਾ ਸੀ, ਕਿੱਥੇ ਗੁਰੂ ਸਾਹਿਬ ਜੀ ਨੇ ਉੱਥੋਂ ਚੱਕ ਕੇ ਰਾਜੇ ਬਣਾਤਾ। ਅੱਜ ਵੀ ਆਪਾਂ ਰਾਜੇ ਹੀ ਆ, ਕਿੰਨੇ ਸੁੱਖ ਭੋਗ ਰਹੇ ਆ, ਨਾਮ ਜਪ ਸਕਦੇ ਆ ਆਪਾਂ। ਕੋਈ ਨਾਮ ਹੀ ਨਹੀਂ ਜਪਣ ਦਿੰਦਾ ਸੀ, ਕੋਈ ਕੀਰਤਨ ਨਹੀਂ ਕਰ ਦਿੰਦਾ ਸੀ, ਕੋਈ ਗੁਰਦੁਆਰੇ ਅੱਜ ਤਾਂ ਆਪਣੇ ਕੋਲ ਸਾਰੇ ਖਾਲਸੇ ਪੰਥ ਦੇ ਨਿਸ਼ਾਨ ਝੂਲਦੇ ਜਗ੍ਹਾ ਜਗ੍ਹਾ, ਤੇ ਇੰਨੇ ਵਰ ਪ੍ਰਾਪਤ ਹੈ ਮਹਾਰਾਜ ਜੀ ਵੱਲੋਂ। ਕਿੱਥੇ ਉਹ ਦਸ਼ਾ ਸੀਗੀ ਵੀ ਇੰਨੇ ਮਾੜੇ ਸੀਗੇ, ਰੁਲੀ ਜਾਂਦੇ ਸੀ, ਜ਼ੁਲਮ ਹੀ ਹੋਈ ਜਾਂਦੇ ਸੀ, ਕੋਈ ਹਾਲ ਨਹੀਂ ਸੀਗਾ। ਤਾਂ ਇਹ ਸਾਰੇ ਵਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਨਿਮਾਨੇ ਕਹੋ ਪ੍ਰਭ ਤੇਰੋ ਮਾਨ, ਇਹ ਉਹ ਮਾਨ ਬਖਸ਼ਿਆ ਮਹਾਰਾਜ ਨੇ। ਜਿਵੇਂ ਹੁਣ ਆ ਰਿਹਾ ਨਾ ਵੀ ਮਾਨ ਕਿਵੇਂ ਬਖਸ਼ਿਆ, ਆ ਜਿਹੜੇ ਵਰ ਸਾਰੇ ਆ ਇਹ ਮਾਨ ਬਖਸ਼ਿਆ ਮਹਾਰਾਜ ਨੇ। ਹਾਂਜੀ। ਖਾਲਸਾ ਮੇਰੋ ਪਵਨ ਭੰਡਾਰਾ। ਖਾਲਸੇ ਕਰ ਮੇਰੋ ਸਤਿਕਾਰਾ। ਖਾਲਸਾ ਮੇਰੋ ਸਵਜਨ ਪ੍ਰਵਾਹ ਪਰਵਾਰਾ। ਖਾਲਸਾ ਮੇਰੋ ਕਰਤੇ ਉਦਾਰਾ। ਖਾਲਸਾ ਮੇਰੋ ਪਿੰਡ ਪ੍ਰਾਨ। ਖਾਲਸਾ ਮੇਰੀ ਜਾਨ ਕੀ ਜਾਨ। ਮਾਨ ਮਹਤ ਮੇਰੀ ਖਾਲਸਾ ਸਹੀ। ਖਾਲਸਾ ਮੇਰੋ ਸਵਾਰਥ ਸਹੀ। ਖਾਲਸਾ ਮੇਰੋ ਕਰੇ ਨਿਰਬਾਹ। ਖਾਲਸਾ ਮੇਰੋ ਦੇਹ ਅਰਸਾਹ। ਖਾਲਸਾ ਮੇਰੋ ਧਰਮਰ ਕਰਮ। ਖਾਲਸਾ ਮੇਰੋ ਭੇਦ ਨਿਜ ਮਰਮ। ਖਾਲਸਾ ਮੇਰੋ ਸਤਿਗੁਰ ਪੂਰਾ। ਖਾਲਸਾ ਮੇਰੋ ਸੱਜਣ ਸੂਰਾ। ਖਾਲਸਾ ਮੇਰੋ ਇਹਨੇ ਬਖਸ਼ਿਸ਼ ਕੀਤੀ ਹੈ ਵੀ ਖਾਲਸੇ ਨੂੰ ਤਾਂ ਸਤਿਗੁਰੂ ਹੀ ਬਣਾ ਲਿਆ। ਕਿੱਥੇ ਤਾਂ ਬਾਕੀ ਧਰਮਾਂ ਦੇ ਵਿੱਚ ਇੰਨਾ ਤਿਰਸਕਾਰ ਹੋਇਆ, ਕੋਈ ਸਤਿਕਾਰ ਵੀ ਨਹੀਂ ਮਿਲਿਆ। ਕਿਸੇ ਨੇ ਜਾਤੀ ਵੰਡ ਪਾਤੀ ਹੈ, ਸ਼ੂਦਰ ਸ਼ੂਦਰ ਕਹਿ ਕੇ ਲਤਾੜਿਆ, ਕਿਸੇ ਨੇ ਭੇਡ ਬੱਕਰੀਆਂ ਸਮਾਨ ਹੀ ਜਾਣਿਆ। ਤੇ ਇਹ ਗੁਰੂ ਸਾਹਿਬ ਨੇ ਤਾਂ ਸਤਿਗੁਰੂ ਬਣਾ ਲਿਆ, ਆਪ ਅੰਮ੍ਰਿਤ ਛਕਿਆ ਮਹਾਰਾਜ ਨੇ। ਤਾਂ ਬਹੁਤ ਭਾਰੀ ਬਖਸ਼ਿਸ਼ ਹੈ ਮਹਾਰਾਜ ਦੀ। ਇੰਨੀਆਂ ਬਖਸ਼ਿਸ਼ਾਂ ਹੋਣ ਆਪਣੇ ਤੇ, ਇੰਨੇ ਪਰਉਪਕਾਰ ਹੋਣ, ਫਿਰ ਵੀ ਆਪਾਂ ਮਹਾਰਾਜ ਦੇ ਆਖੇ ਨਾ ਲੱਗੀਏ, ਫਿਰ ਵੀ ਹੁਕਮ ਨਾ ਮੰਨੀਏ, ਫਿਰ ਵੀ ਨਾਮ ਜਪਣਾ ਛੱਡ ਕੇ ਆਪਾਂ ਸੰਸਾਰ ਦੀਆਂ ਫਿਲਮਾਂ ਦੇਖਣ ਲੱਗ ਜਾਈਏ, ਸੰਸਾਰ ਦੀ ਕਿਰਿਆ ਚ ਪ੍ਰਵਿਰਤ ਹੋ ਜਾਈਏ, ਤਾਂ ਇਹ ਤਾਂ ਬਹੁਤ ਹੀ ਅਕਿਰਤ ਘਣਤਾ ਹੈ। ਇਹ ਸਾਰੀ ਮਹਾਰਾਜ ਦੀ ਬਖਸ਼ਿਸ਼ ਸਦਾ ਹੀ ਯਾਦ ਰੱਖਣੀ ਚਾਹੀਦੀ ਹੈ ਜੀ। ਖਾਲਸਾ ਮੇਰੋ ਬੁੱਧ ਅਰ ਗਿਆਨ। ਖਾਲਸੇ ਕਾ ਹੋ ਤਰੋ ਧਿਆਨ। ਉਪਮਾ ਖਾਲਸੇ ਜਾਤ ਨਾ ਕਹੀ। ਜਿਹਵਾ ਏਕ ਪਾਰ ਨਹਿ ਲਹੀ। ਸੇਸ ਰਸਨ ਸਾਰਦ ਸੀ ਬੁੱਧ। ਤਦਪ ਨਾ ਉਪਮਾ ਬਰਨਤ ਸੁਧ। या मैं रंचना मिथ्या पाखी। पार ब्रह्म गुर नानक साखी। रोम रोम जे रसना पाऊं। रोम रोम जे रसना पाऊं। तदप खालसा जस तहें गाऊं। हो खालसे का
खालसा मेरो पुत पोत सागर बुंदेरो खालसा काल पुरख की फौज प्रगट्यो खालसा परमात्म की मौज। जब लग खालसा रहे न्यारा तब लग तेज दियो मैं सारा। जब यह गहै विपरन की रीत मैं न करूं इनकी प्रतीत। खालसे के प्रसाद कर सुत बित कोस भंडार राजमाल साधन सकल पुत्र कलित्र व्यवहार। लसकर नेब खवास प्रित अनुचर दासी दास मित्र कुटुंब तन पवन मम समृद्ध कृपा करतास। गिरंग बारी अरंग साहिबी तन मन पिंड प्राण प्रसाद खालसे कर मिलियो दान मान सन्मान। कृपावंत खालस सगल तह प्रसाद पयो गौर मोहे से रंक अनाथ जग भटकत फिरत करोर। आन सेवन है सफल कछ ईत ऊत परलोक निफल सेवा तिस बिना कभी हरख कब सोग। जजन पजन मम खालसा खालसा पूजब जोग दास गोबिंद फतेह खालसा दरस परस मिटे सोग। मेरो इसट अर नेस ठा खालसा पूजन त्यान दर्शन परसन खालसा मुक्त रूप सत जान। आत्म रस जिन जानही सो जीव है है। खालस देव। प्रभ मह मोह मह तास मह रंचक नाहन पेव। रहनी रह सोई सिख मेरा ओह ठाकुर मैं उसका चेरा। जी अगे होर प्रसंग चल पैंदा मैनूं लगदा कि नहीं नहीं हाँ जी पढ़ लो यही है। जिते बोलो सवैया जो जिते इन्हीं के प्रसाद इन्हीं के प्रसाद सौदान करे। अग आओग टरै इन्हीं के प्रसाद इन्हीं की कृपा फुन ताम बरे। इन्हीं के प्रसाद सुविद्यालय इन्हीं की कृपा सब सत्र मरे। इन्हीं की कृपा के सजे हम हैं नहीं मोसे गरीब करोर परे। पूर्ण गुरु जी ने अपना सरबंस अपना आप कुर्बान करके ऐसा सर्वव्यापी महाविस्माद आदर मान सत्कार वाहिगुरु अपने साजे निवाजे खालसे ਨੂੰ ਬਖਸ਼ਿਆ है जो ਭੰਗ ना हो सके चौह जुगा च होर किसे ने भी अपने सेवकां ਨੂੰ नहीं बख्शिया जी। यथा हर जियो निमाणिया तू मान निचीजिया चीज करे मेरा गोविंद तेरी कुदरत को कुर्बान। सगल कटा को दे बहुदान। हे करण करावण हार स्वामी परम प्यारे परम पूजनीक वड्डे दाते सच्चे वाहिगुरु जी आप जी सगल सारियां घटां सरीरां को ਨੂੰ ਰੋਜੀ ਹਵਾ ਪਾਣੀ ਜਿੰਦ ਜਾਨ ਆਦि अनेक प्रकार ਦਾ ਸ਼ੋਭ ਸੱਚਾ दान देवहु दे रहे हो जी। यथा सबना जिया का एक दाता सो मैं विसर विसर न जाई। वाह गुरु अवतार जी चीज कुर्बानियां दे के हुण गुरता विराजमान होके सगल सारियां घटां सरीरां कौ ਨੂੰ ਆਪਣੇ ਗੁਰ ਸ਼ਬਦ ਗੁਰੂ ਮਰਿਆਦਾ ਗੁਰੂ ਭਗਤੀ ਸਾਹਿਤ ਨਿਰਗੁਣ ਸਰਗੁਣ ਜੀ ਦੀ ਏਕਤਾ ਸਤ ਸੰਤੋਖ ਦਇਆ ਧਰਮ ਖਿਮਾ ਗਰੀਬੀ ਆਦ ਸਰਬ ਵਿਆਪੀ ਵਿਸਮਾਦ ਅਨੰਤ ਕਲਾਵਾਨ ਅਸੰਖ ਗੁਣਾ ਸਹਿਤ ਅਖੁੱਟ ਨਾਮਦਾਨ ਹਰ ਸਮੇਂ ਦੇਵਹੁ ਦੇ ਰਹੇ ਹੋ ਜੀ। यथा हाँ जी दो अर्थ
ਦੋ ਅਰਥ ਇਹਨਾਂ ਤੁਕਾਂ ਦੇ ਵੀ ਸਗਲ ਘਟਾਂ ਕਉ ਦੇਵਹੁ ਦਾਨ। ਸਗਲ ਵੀ ਸਾਰਿਆਂ ਨੂੰ, ਘਟਾਂ ਸਰੀਰਾਂ ਨੂੰ, ਕਉ ਦਾਨ ਕਿਹੜਾ ਦਿੰਦੇ ਆ ਵੀ ਰੋਜ਼ੀ, ਹਵਾ, ਪਾਣੀ, ਜਿੰਦ ਪਾਣੀ ਆਦਿ ਅਨੇਕ ਪ੍ਰਕਾਰ ਦਾ ਸ਼ੁਭ ਸੱਚਾ ਦਾਨ। ਇਹ ਸਾਰੇ ਦਾਨ ਦਿੰਦੇ ਆ ਜਿਹੜੀਆਂ ਆਪਾਂ ਨੂੰ ਬਾਹਰਲੀਆਂ ਚੀਜ਼ਾਂ ਮਿਲੀਆਂ ਜਿਹਨਾਂ ਕਰਕੇ ਸਰੀਰ ਜਿਉਂਦਾ ਹੈ। ਦੂਸਰਾ ਅਰਥ ਵੀ ਗੁਰੂ ਅਵਤਾਰ ਚ ਕੁਰਬਾਨੀਆਂ ਦਿੱਤੀਆਂ ਨੇ ਆ ਕੇ, ਤੇ ਗੁਰਤਾ ਬਿਰਾਜਮਾਨ ਹੋ ਕੇ, ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਤੇ ਗੁਰ ਸ਼ਬਦ ਦਿੰਦੇ ਆ, ਗੁਰੂ ਮਰਿਆਦਾ ਬਖਸ਼ਿਸ਼, ਗੁਰੂ ਭਗਤੀ ਬਖਸ਼ਿਸ਼ ਕਰਦੇ ਆ, ਨਿਰਗੁਣ ਸਰਗੁਣ ਦੀ ਏਕਤਾ ਬਖਸ਼ਿਸ਼ ਕਰਦੇ ਆ, ਸਤ ਸੰਤੋਖ ਦਇਆ ਧਰਮ ਆਦਿ ਜਿਹੜੇ ਸ਼ੁਭ ਗੁਣਾਂ ਦਾ ਦਾਨ ਕਰਦੇ ਆ, ਤੇ ਨਾਮ ਜਪਣ ਨੂੰ ਅਖੁੱਟ ਨਾਮ ਦਾ ਦਾਨ ਬਖਸ਼ਿਸ਼ ਕਰਦੇ। ਇਹ ਸਾਰੇ ਦਾਨ, ਇੱਕ ਤਾਂ ਬਾਹਰਲਾ ਦਾਨ ਬਖਸ਼ਿਸ਼ ਕਰਦੇ, ਅੰਤਰੀ ਵੇ ਅਰਥ ਦੂਸਰਾ, ਇਹ ਸਾਰੇ ਸ਼ੁਭ ਗੁਣ ਨਾਮ ਬਖਸ਼ਿਸ਼ ਕਰਦੇ, ਐਸਾ ਦਾਨ ਯਥ- ਦਿੰਦੇ ਆ। यथा जा का दान निकुटै नाही, भली पात ਜਾ ਬਿਨਾਂ ਵਿਸਰਜਣ ਪੜ੍ਹਨਾ। ਬਿੰਦੀ भली ਨਾ ਲਾ ਕੇ पात ਜਾ जा जा का दान निकुटै नाही, भली भात सब सहज समाही। जा की बखस न मेटै कोई, मन वसाइयै साचा सोई। तुम दाते ठाकुर प्रतिपालक, नायक खसम हमारे। निमख निमख तुम ही प्रतिपालहो, हम बारिक तुमरे तारे। जेहवा एक कवन गुण कहिए, बेसुमार बेअंत सुआमी। तेरो अंत न किन्ही लहिए रहाओ, कोट अपराध हमारे खंडहो। अनेक विधि समझावहो, हम अज्ञान अल्प मत थोरी। तुम आपन बिरद रखावहो, तुमरी शरण तुम्हारी आशा, तुम ही सजन सुहेले। राखो राखण हार दयाला, नानक करके गोले। जिन तू सेविया पाओ कर, से पुरख सुजान तिना पिछै छुटियै। जिन अंदर नाम निदान, गुर जे वड दाता को नहीं। जिन दिता आत्म दान, सतगुर दाता सबना वथु का। पूरे पाग ਮਿਲਾਵਣਿਆ। ਹਾਂਜੀ, ਗੁਰਪ੍ਰਸਾਦ ਇੱਥੇ ਵਿਸ਼ਰਾਮ ਦਿੰਦੇ ਆ ਅੱਜ। ਤੇ ਜਿਹੜਾ ਹੈ ਖਾਲਸਾ ਮਹਿਮਾ ਦਾ ਜਿਹੜਾ ਸਾਰਾ ਸ਼ਬਦ ਆਇਆ ਨਾ, ਉਹਦੇ ਅਰਥ ਅੱਗੇ ਆ ਜਾਣੇ, ਉਹਦੇ ਅਰਥ ਬੜੇ ਪਿਆਰ ਨਾਲ ਪੜ੍ਹਨੇ ਵਾਲੇ। ਤਾਂ ਉਹ ਜਿਵੇਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਜਿਵੇਂ ਅੱਗੇ ਅਰਥ ਹੋਣਗੇ ਅਖੀਰ ਤੇ ਜਾ ਕੇ ਆਉਣਗੇ, ਤਾਂ ਉਦੋਂ ਆਪਾਂ ਪੜ੍ਹ ਲਾਂਗੇ। ਤਾਂ ਦਾਸ ਨੇ ਵਿੱਚੋਂ ਕੋਈ ਬਹੁਤੇ ਅਰਥ ਨਹੀਂ ਦੱਸੇ, ਕਿਉਂਕਿ ਉਹ ਸਾਰੇ ਅਰਥ ਅੱਗੇ ਆ ਹੀ ਜਾਣੇ ਆ। ਤੇ 14 ਨੰਬਰ ਤੋਂ ਅੱਗੇ ਆਪਾਂ ਪੜ੍ਹ ਲਾਂਗੇ। ਆਪ ਜੀ ਨੂੰ ਬੇਨਤੀ ਹੈ, ਇਹਨਾਂ ਚੋਂ ਕੋਈ ਵੀ ਗੁਰਸ਼ਬਦ, ਚਲੋ 14 ਨੰਬਰ ਹੀ ਲੈ ਲਓ। 14 ਨੰਬਰ ਨੂੰ ਕਾਪੀ ਤੇ ਲਿਖ ਲਿਆ ਕਰੋ, ਜਾਂ ਘਰੇ ਚਿੱਟੇ ਬੋਰਡ ਤੇ ਲਿਖ ਲਿਆ ਕਰੋ, ਅਰਥਾਂ ਸਹਿਤ ਲਿਖ ਲਿਆ ਕਰੋ, ਉਹਨੂੰ ਪੜ੍ਹਿਆ ਕਰੋ। ਇੱਕ ਵਾਰੀ ਘੱਟੋ ਘੱਟ ਪੜ੍ਹ ਲਿਆ ਕਰੋ, ਜਾਂ ਜ਼ਿਆਦਾ ਵਾਰੀ ਪੜ੍ਹ ਲਿਆ ਕਰੋ। ਇਹਨਾਂ ਦਾ ਬਾਣੀ ਦੇ ਅਭਿਆਸ, ਅਰਥਾਂ ਸਹਿਤ ਪੜ੍ਹਨ ਦਾ ਮੂਲ ਦੀ ਤੁਕ ਜਿਹੜੀ ਆ, ਉਹ 2, 5, 10 ਵਾਰੀ ਦਿਨ ਚ ਪੜ੍ਹ ਲਈ, 15 ਵਾਰੀ 50 ਵਾਰੀ ਪੜ੍ਹ ਲਈ। ਜਿਹੜੀਆਂ ਦੋ ਤੁਕਾਂ ਯਾਨੀ ਕਿ ਸ਼ੁਰੂ ਵਾਲੀਆਂ, ਜੈਸੇ ਕਿ ਐਸੇ ਦੋਖ ਮੂਡ ਅੰਧ ਵਿਆਪੇ, ਨਾਨਕ ਕਾਢ ਲੇਹੁ ਪ੍ਰਭ ਆਪੇ, ਇਹ ਦੋ ਤੁਕਾਂ ਪੜ੍ਹ ਲਈਆਂ। ਅਰਥਾਂ ਸਹਿਤ ਵੀ ਪੜ੍ਹ ਲਿਆ। ਤੇ ਇਸ ਤਰੀਕੇ ਨਾਲ ਜਿੰਨਾ ਲਾਭ ਹੈ, ਜਿਵੇਂ ਤੁਕਾਂ ਆਈਆਂ ਸੀ ਪਿੱਛੇ, ਪਰ ਕਾ ਬੁਰਾ ਨਾ ਰਾਖੋ ਚੀਤ, ਤਾਂ ਇਹ ਸਾਰੀਆਂ ਤੁਕਾਂ ਦਾ ਵੀ ਅਭਿਆਸ ਕੀਤਾ। ਬਾਣੀ ਦੀਆਂ ਜਿੰਨਾ ਤੁਕਾਂ ਦਾ ਜ਼ਿਆਦਾ ਅਭਿਆਸ ਹੋਊਗਾ, ਓਨਾ ਹੀ ਮਨ ਨੂੰ ਬਾਣੀ ਨੇ ਥੰਮਣਾ ਮਨ ਨੂੰ। ਤਾਂ ਇੱਥੇ ਦਾਸ ਵਿਚਾਰ ਸੰਕੋਚਦਾ। ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਪੁੱਛ ਲਵੇ ਰੋਕ ਕੇ ਜੀ, ਹੁਣ 1-2 ਮਿੰਟਾਂ ਚ। ਤੇ ਅੱਜ ਦਾ ਜਿੰਨਾ ਆਪਾਂ ਕੀਤਾ ਪੜ੍ਹਿਆ ਉਹਦੇ ਚੋਂ। ਵਾਹਿਗੁਰੂ ਜੀ। ਵਾਹਿਗੁਰੂ। ਵਾਹਿਗੁਰੂ ਜੀ, ਦਾਸ ਬੇਨਤੀ ਕਰ ਰਹੀ ਹੈ ਕਿ ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਆਪਣੇ ਮਨ ਦੇ ਵਿੱਚ, ਵੈਸੇ ਤਾਂ ਤੁਸੀਂ ਸਮਝਾਇਆ ਕਿ ਬਾਣੀ ਨੂੰ ਹੀ ਅੰਦਰ ਲੈ ਕੇ ਆਓ, ਫਿਰ ਵੀ ਅਗਰ ਕਿਸੇ ਵਾਸਤੇ ਕੋਈ ਵੀ ਫੁਰਨਾ ਆਉਂਦਾ ਹੈ, ਤੇ ਉਹ ਫੁਰਨਾ ਵੀ ਨਹੀਂ ਆਉਣਾ ਚਾਹੀਦਾ ਨਾ, ਤੇ ਉਸ ਤੇ ਕਾਬੂ ਪਾਉਣ ਵਾਸਤੇ ਸਾਨੂੰ ਬਾਣੀ ਦਾ ਹੀ ਅਭਿਆਸ ਕਰਨਾ ਪਏਗਾ। ਹਾਂਜੀ, ਜਿਵੇਂ ਜੇ ਤਾਂ ਆਪਾਂ ਗੱਲ ਕਰਦੇ ਸੀ ਅੱਜ, ਜਿਵੇਂ ਮਾੜੇ ਫੁਰਨੇ ਆਉਂਦੇ ਕਿਸੇ ਵਾਸਤੇ, ਹਨਾ, ਕਿਸੇ ਦਾ ਆਪਾਂ ਮਾੜਾ ਚਿੱਤ ਵਧੇ ਹਾਂ,
ਤਾਂ ਇਹ ਰੋਗਾਂ ਦੀ ਜੜ ਹੈ। ਇੱਥੋਂ ਆਪਣੇ ਲਈ ਰੋਗ ਸਾਰੇ ਮਨ ਦੇ ਹੀ ਰੋਗ ਇੱਥੋਂ ਹੀ ਪੈਦਾ ਹੁੰਦੇ ਆ। ਤਾਂ ਫਿਰ ਇਹਨਾਂ ਹੀ ਤੁਕਾਂ ਦਾ ਅਭਿਆਸ ਕਰੋ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ, ਬੀਰਾ ਆਪਨ ਬੁਰਾ ਮਿਟਾਵੈ, ਤਾਹੂ ਬੁਰਾ ਨਿਕਟ ਨਹੀਂ ਆਵੈ। ਇਹਨਾਂ ਦੋ ਤੁਕਾਂ ਦਾ ਬਹੁਤੀ ਵਾਰੀ ਅਭਿਆਸ ਕਰੋ। ਮੰਨ ਲਓ ਵੀ 1000 ਵਾਰੀ, 10,000 ਵਾਰੀ, 15,000 ਵਾਰੀ, ਲੱਖ ਵਾਰੀ ਅਭਿਆਸ ਕਰ ਲਓ, ਤੇ ਫਿਰ ਮਨ ਚੋਂ ਮਹਾਰਾਜ ਬੁਰਾਈ ਮਿਟਾ ਦਿੰਦੇ ਆ। ਤੇ ਇਉਂ ਬਾਣੀ ਦੇ ਨਾਲ ਹੀ ਫੁਰਨੇ ਕੱਟੀਦੇ ਆ, ਮਾੜੇ ਔਗਣ ਛੱਡੀਦੇ ਆ, ਹੋਰ ਕੋਈ ਤਰੀਕਾ ਨਹੀਂ। ਤੇ ਬਹੁਤਾ ਇਹ ਵੀ ਨਹੀਂ ਵਿੱਚ ਸ਼ੁਕਰ ਕਰਨਾ ਵੀ ਸਾਡੇ ਸਾਰੇ ਹੀ ਫੁਰਨੇ ਹੁਣੇ ਰੁਕ ਜਾਣ, ਇੱਕਦਮ ਨਹੀਂ ਰੁਕਦੇ ਹੁੰਦੇ। ਇਹ ਜਿਵੇਂ ਜਿਵੇਂ ਤਕੜਾ ਪਾਣੀ ਦਾ ਕੋਈ ਪ੍ਰੈਸ਼ਰ ਪਿੱਛੋਂ ਆਈ ਜਾਂਦਾ ਹੁੰਦਾ ਹੈ, ਇਸ ਤਰ੍ਹਾਂ ਹੁੰਦੇ ਆ ਫੁਰਨੇ, ਬਹੁਤ ਤੇਜ਼ ਆਉਂਦੇ ਰਹਿੰਦੇ ਆ। ਤੇ ਪਰ ਕੋਈ ਗੱਲ ਨਹੀਂ, ਬਾਣੀ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ। ਫੁਰਨਿਆਂ ਦੀ ਪਰਵਾਹ ਛੱਡ ਕੇ ਅਭਿਆਸ ਵੱਲ ਧਿਆਨ ਦੇਣਾ ਚਾਹੀਦਾ ਵੀ ਅਸੀਂ ਤਾਂ ਬਾਣੀ ਦਾ, ਗੁਰੂ ਸਾਹਿਬ ਦੇ ਆਸਰੇ ਹੋ ਕੇ ਬਾਣੀ ਦਾ ਅਭਿਆਸ ਕਰਨਾ। ਫਿਰ ਜਿੰਨਾ ਅਭਿਆਸ ਕਰੋ ਉਹਦੀ ਮਹਾਰਾਜ ਅੱਗੇ ਅਰਦਾਸ ਕਰੋ, ਗੁਰੂ ਸਾਹਿਬ ਆਪ ਜੀ ਕਿਰਪਾ ਕਰੋ, ਕਿਉਂਕਿ ਗੱਲ ਤਾਂ ਮਹਾਰਾਜ ਤਾਂ ਛਿਨ ਮਾਤਰ ਚ ਕਰ ਦਿੰਦੇ, ਇਹ ਤਾਂ ਘਾੜ ਤੇ ਘੜ ਰਹੇ ਆ, ਹੌਲੀ ਹੌਲੀ ਮਹਾਰਾਜ ਆਪਾਂ ਨੂੰ ਤਿਆਰ ਕਰਦੇ। ਤਾਂ ਇਸ ਕਰਕੇ ਇਹੀ ਤਰੀਕਾ ਤਾਂ ਇਹੀ ਹੈ, ਬਸ ਆਪਣੇ ਤੇ ਹੈ, ਆਪਾਂ ਕਮਾਉਣਾ ਹੈ। ਦੇਖੋ, ਇੱਕ ਤਾਂ ਹੁੰਦਾ ਸੁਣਨਾ, ਇੱਕ ਮੰਨਣਾ ਹੈ, ਫਿਰ ਉਹਨੂੰ ਕਮਾਉਣਾ ਹੈ। ਤੇ ਉਹ ਹੁਣ ਮੰਨ ਵੀ ਲਿਆ ਆਪਾਂ ਵੀ ਹਾਂਜੀ ਮਹਾਰਾਜ ਠੀਕ ਕਹਿ ਰਹੇ ਆ, ਜਾਂ ਅੱਜ ਜੋ ਵੀ ਆਪਾਂ ਪੜ੍ਹਿਆ ਵੀ ਮੰਨ ਲਿਆ, ਹੁਣ ਉਹਨੂੰ ਕਮਾਉਣ ਦੀ ਗੱਲ ਰਹਿ ਜਾਂਦੀ ਹੈ। ਸੁਣ ਵੀ ਲਿਆ ਤੇ ਜਿਵੇਂ ਕਮਾਵਾਂਗੇ ਤਾਂ ਫਿਰ ਉਹਨੇ ਅਸਰ ਕਰਨਾ ਹੈ। ਸੁਣੇ ਦਾ ਵੀ ਫਲ ਹੈ, ਮੰਨੇ ਦਾ ਵੀ ਫਲ ਹੈ, ਕਮਾਉਣ ਦਾ ਸਭ ਤੋਂ ਵੱਡਾ ਫਲ ਹੈ। ਤਾਂ ਇਸ ਕਰਕੇ ਇਹੀ ਗੱਲ ਹੈ ਜੀ ਸਾਰੀ। ਅੱਛਾ ਜੀ, ਧੰਨਵਾਦ ਜੀ, ਧੰਨਵਾਦ। ਹੋਰ ਪ੍ਰਸਾਦ, ਹੋਰ ਕੋਈ ਪ੍ਰੇਮੀ ਨੂੰ ਜੀ ਕਿਸੇ ਪ੍ਰਕਾਰ ਦਾ ਵੀ ਕੋਈ ਸਵਾਲ ਹੋਵੇ, ਕੋਈ ਕਿਸੇ ਨੇ ਆਪਦੇ ਵੱਲੋਂ ਕੋਈ ਗੱਲ ਗਿਆਨ ਦੀ ਕੋਈ ਐਕਸਪੀਰੀਅੰਸ ਦੱਸਣਾ ਹੋਵੇ, ਕੋਈ ਐਡ ਕਰਨੀ ਹੋਵੇ, ਉਹ ਵੀ ਦੱਸ ਸਕਦਾ ਹੈ, ਤਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਕੋਈ ਹੋਰ ਨਵੀਂ ਸਿੱਖਿਆ ਵਾਲੀ ਗੱਲ ਹੋਵੇ। ਠੀਕ ਹੈ ਜੀ, ਚੜ੍ਹਦੀ ਕਲਾ ਹੈ। ਫਿਰ ਇਹ ਗੁਰੂ ਸਾਹਿਬ ਦਾ ਨਾਮ ਲੈਣੇ, ਫਿਰ ਅਗਲੇ ਹਫਤੇ ਇੱਥੇ ਕੰਟੀਨਿਊ ਕਰਾਂਗੇ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਹਰਿ ਰਾਏ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਸਦਾ ਸਦਾ ਇਹੋ ਭੁੱਲਨਹਾਰ, ਨਾਨਕ ਰਖਨਹਾਰ ਪਾਰ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਹਮ ਮਾਤੇ ਹੀਣ, ਮੂਰਖ ਮੁਗਧ ਅੰਧੇ, ਸਤਿਗੁਰੇ ਮਾਰਗੇ ਪਾਏ। ਸੰਖ ਅਤੇ ਖੈਨ ਬਖਸ਼ਨਹਾਰਾ, ਨਾਨਕ ਸਾਹਿਬ ਸਦਾ ਦਇਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।